Hello everyone. Today I'll start my video with subject accountancy. Firstly, understood the meaning of accounting. Accounting or accountancy has a wider version of bookkeeping. ਜਿਵੇਂ ਕਿ ਸਭ ਤੋਂ ਪਹਿਲਾਂ ਬੁੱਕਕੀਪਿੰਗ ਦਾ ਮਤਲਬ ਹੁੰਦਾ ਜਦੋਂ ਵੀ ਆਪਾਂ ਕੋਈ ਵੀ ਫਾਈਨੈਂਸ਼ੀਅਲ ਰਿਕਾਰਡਸ ਆ ਆਪਣੀਆਂ ਮਨੀ ਨਾਲ ਰਿਲੇਟਡ ਜੋ ਵੀ ਟ੍ਰਾਂਜੈਕਸ਼ਨ ਹੈ ਜਦੋਂ ਤੁਸੀਂ ਉਹਨੂੰ ਕਿਸੇ ਪਰਟੀਕੂਲਰ ਬੁੱਕਸ ਦੇ ਅੰਡਰ ਰਿਕਾਰਡ ਕਰਦੇ ਹੋ ਤਾਂ ਉਹਨੂੰ ਬੁੱਕਕੀਪਿੰਗ ਕਹਿੰਦੇ ਆ। ਜਿਵੇਂ ਕਿ ਆਪਾਂ ਆਪਣੀ ਡੇਲੀ ਲਾਈਫ ਦੇ ਵਿੱਚ ਤੁਸੀਂ ਅਕਾਊਂਟਸ ਦੇ ਸਪੋਜ਼ ਕਰੋ ਕੋਈ ਨੋਟਸ ਤਿਆਰ ਕਰਦੇ ਹੋ, ਜਿਵੇਂ ਕੋਈ ਪਰਟੀਕੂਲਰ ਸਬਜੈਕਟ ਹੈ ਉਹਦੇ ਤੁਸੀਂ ਕੋਈ ਨੋਟਸ ਬਣਾ ਰਹੇ ਹੋ, ਥਿਊਰੀ ਨੋਟਸ, ਨੂਮੈਰੀਕਲ ਨੋਟਸ, ਤਾਂ ਉਹ ਇੱਕ ਬੁੱਕਕੀਪਿੰਗ ਹੈ ਬਿਕੋਜ਼ ਯੂ ਰਿਕਾਰਡਡ ਦ ਥਿੰਗਸ ਔਨ ਦੀ ਬੁੱਕਸ, ਔਨ ਦੀ ਨੋਟਬੁੱਕਸ ਔਰ ਬੁੱਕਸ, ਸੋ ਇਟ ਇਜ਼ ਨੋਨ ਐਜ਼ ਅ ਬੁੱਕਕੀਪਿੰਗ। ਸੋ ਅਕਾਊਂਟਿੰਗ ਇਜ਼ ਅ ਵਾਈਡਰ ਵਰਜਨ ਆਫ ਬੁੱਕਕੀਪਿੰਗ। ਸੋ ਅਕਾਊਂਟਿੰਗ ਇੱਕ ਵਰਜਨ ਹੈ, ਬੁੱਕਕੀਪਿੰਗ ਤੋਂ ਐਕਸਟੈਂਡਡ ਵਰਜਨ ਹੈ। ਪਹਿਲਾਂ ਬੁੱਕਕੀਪਿੰਗ ਕੀਤੀ ਜਾਂਦੀ ਹੁੰਦੀ ਸੀ ਪੁਰਾਣੇ ਟਾਈਮ ਦੇ ਵਿੱਚ, ਅੱਜ ਕੱਲ੍ਹ ਅਕਾਊਂਟਿੰਗ ਕੀਤੀ ਜਾਂਦੀ ਹੈ ਬਿਕੋਜ਼ ਸਾਰਾ ਡਾਟਾ ਆਪਾਂ ਕੰਪਿਊਟਰਸ ਦੇ ਥਰੂ ਰਿਕਾਰਡ ਕਰਦੇ ਹਾਂ ਤਾਂ ਇਹਦੇ 'ਚ ਥੋੜ੍ਹੇ ਫੀਚਰਸ ਹੋਰ ਐਡ ਔਨ ਹੋ ਗਏ ਆ ਰੈਦਰ ਦੈਨ ਬੁੱਕਕੀਪਿੰਗ। ਸੋ accounting is an art of recording, classifying, summarizing in proper manner in terms of money transaction related to financial nature. So accounting ਦਾ ਮੇਨ ਮਤਲਬ ਹੀ ਹੈ ਵੀ ਤੁਸੀਂ ਚੀਜ਼ਾਂ ਨੂੰ ਰਿਕਾਰਡ ਕਰਨਾ। ਸਭ ਤੋਂ ਪਹਿਲਾਂ ਆਪਾਂ ਟ੍ਰਾਂਜੈਕਸ਼ਨ ਨੂੰ ਦੇਖਣਾ, ਫਿਰ ਉਹਨੂੰ ਰਿਕਾਰਡ ਕਰਦੇ ਹਾਂ, ਦੈਨ ਉਹਨੂੰ ਕਲਾਸੀਫਾਈ ਕਰਦੇ ਹਾਂ। ਕਲਾਸੀਫਾਈ ਕਰਨਾ ਮਤਲਬ ਉਹਨੂੰ ਡਿਫਰੈਂਟ ਹੈਡਸ ਦੇ ਅੰਡਰ ਜਿਵੇਂ ਟ੍ਰਾਂਜੈਕਸ਼ਨ ਜਿਸ ਨਾਲ ਰਿਲੇਟਡ ਹੈ ਉਸ ਹੈਡ ਅੰਡਰ ਉਹਨੂੰ ਵੰਡ ਦੇਣਾ, ਉੱਥੇ ਉਹਨੂੰ ਰਿਕਾਰਡ ਕਰ ਦੇਣਾ। ਦੈਨ ਉਹ ਪਰਟੀਕੂਲਰ ਹੈਡ ਦੀ ਸਮਰੀ ਕੱਢਣੀ, ਜਿਵੇਂ ਕੋਈ ਅਕਾਊਂਟ ਤੁਸੀਂ ਬਣਾ ਰਹੇ ਹੋ ਮਸ਼ੀਨਰੀ ਅਕਾਊਂਟ, ਦੈਨ ਤੁਸੀਂ ਉਹਦੀ ਸਮਰੀ ਕੱਢੋਗੇ ਵੀ ਕਿੰਨਾ ਬੈਲੈਂਸ ਆ ਰਿਹਾ, ਬੈਲੈਂਸ ਵੱਧ ਆ ਰਿਹਾ ਜਾਂ ਘੱਟ ਆ ਰਿਹਾ ਇਨ ਪ੍ਰੋਪਰ ਮੈਨਰ। ਸੋ ਅਕਾਊਂਟਿੰਗ ਇੱਕ ਪ੍ਰੋਪਰ ਮੈਨਰ 'ਚ ਕੀਤੀ ਜਾਂਦੀ ਹੈ ਲਾਈਕ ਡੇਟ ਵਾਈਜ਼ ਔਰ ਟਾਈਮ ਅਕੋਰਡਿੰਗ। ਔਰ ਇਨ ਟਰਮਸ ਆਫ ਮਨੀ ਓਨਲੀ ਦੋਜ਼ ਟ੍ਰਾਂਜੈਕਸ਼ਨਸ ਆਰ ਰਿਕਾਰਡਡ ਵਿਚ ਆਰ ਰਿਲੇਟਡ ਟੂ ਫਾਈਨਾਂਸ ਔਰ ਮਨੀ। ਜਿਹੜੀਆਂ ਵੀ ਟ੍ਰਾਂਜੈਕਸ਼ਨ ਤੁਸੀਂ ਬਿਜ਼ਨਸ ਦੇ ਵਿੱਚ ਪੈਸੇ ਨਾਲ ਰਿਲੇਟਡ ਟ੍ਰਾਂਜੈਕਸ਼ਨਸ ਕਰਦੇ ਹੋ, ਕੋਈ ਲੈਣ ਦੇਣ ਕਰਦੇ ਹੋ, ਕੋਈ ਚੀਜ਼ ਖਰੀਦਦੇ ਹੋ, ਵੇਚਦੇ ਹੋ, ਉਹ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਤੁਸੀਂ ਅਕਾਊਂਟਿੰਗ ਅੰਡਰ ਰਿਕਾਰਡ ਕਰੋਗੇ। ਨੈਕਸਟ, ਕਲੈਕਟਿੰਗ, ਰਿਕਾਰਡਿੰਗ, ਕਲਾਸੀਫਾਈਂਗ ਇਟ ਇਜ਼ ਅ ਪ੍ਰੋਸੈਸ ਵਿਚ ਇਜ਼ ਫੋਲੋਡ ਬਾਈ ਅਕਾਊਂਟੈਂਸੀ। ਅਕਾਊਂਟਿੰਗ 'ਚ ਆਪਾਂ ਇਹ ਵਾਲੀ ਪ੍ਰੋਸੈਸ ਫੋਲੋ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਇਨਫੋਰਮੇਸ਼ਨ ਨੂੰ ਕਲੈਕਟ ਕਰਦੇ ਹੋ, ਜਿਵੇਂ ਕੋਈ ਇਨਫੋਰਮੇਸ਼ਨ ਆ ਤੁਹਾਡੇ ਕੋਲ ਗੁੱਡਸ ਸੇਲ ਕੀਤੀਆਂ 50,000 ਦੀਆਂ, ਤਾਂ ਉਹ ਇੱਕ ਇਨਫੋਰਮੇਸ਼ਨ ਹੈ ਤਾਂ ਉਹਨੂੰ ਤੁਸੀਂ ਪਹਿਲਾਂ ਕਲੈਕਟ ਕੀਤਾ। ਦੈਨ ਤੁਸੀਂ ਉਸ ਵਾਲੀ ਇਨਫੋਰਮੇਸ਼ਨ ਨੂੰ ਇੱਕ ਪਰਟੀਕੂਲਰ ਜੋ ਵੀ ਇਹਦੀਆਂ ਬੁੱਕਸ ਬਣਦੀਆਂ, ਜਿਵੇਂ ਤੁਸੀਂ ਨੂਮੈਰੀਕਲ 'ਚ ਕਰੋਗੇ ਤਾਂ ਉਸ ਚੀਜ਼ ਜਗ੍ਹਾ 'ਤੇ ਤੁਸੀਂ ਇਸ ਚੀਜ਼ ਨੂੰ ਰਿਕਾਰਡ ਕਰੋਗੇ, ਮਤਲਬ ਕਿ ਕਿਵੇਂ ਜਰਨਲ ਐਂਟਰੀ ਕ੍ਰੀਏਟ ਕੀਤੀ ਜਾਂਦੀ ਹੈ। ਨੈਕਸਟ, ਜਦੋਂ ਤੁਸੀਂ ਉਹਨੂੰ ਕਲਾਸੀਫਾਈ ਕਰੋਗੇ ਤਾਂ ਜਿਹੜੇ ਵੀ 2 ਅਕਾਊਂਟ ਇਹਦੇ ਵਿੱਚ ਇਨਵੋਲਵ ਹੋਣਗੇ, ਕਿਸੇ ਵੀ ਐਂਟਰੀ ਦੇ ਵਿੱਚ 2 ਜਾਂ 3 ਅਕਾਊਂਟ, ਉਸ ਤੋਂ ਬਾਅਦ ਤੁਸੀਂ ਉਹ ਅਕਾਊਂਟ ਦੀ ਅਲੱਗ-ਅਲੱਗ ਹੈਡਿੰਗ ਬਣਾਓਗੇ, ਅਲੱਗ-ਅਲੱਗ ਉਹਨਾਂ ਨੂੰ ਕਲਾਸੀਫਾਈ ਕਰ ਦੋਗੇ। ਦੈਨ ਜਦੋਂ ਅਕਾਊਂਟ ਬਣ ਗਏ ਤਾਂ ਉਹਨਾਂ ਅਕਾਊਂਟ ਦੀ ਆਪਾਂ ਨੂੰ ਸਮਰੀ ਕੱਢਣੀ ਪਊਗੀ, ਦੇਖਣਾ ਪਊਗਾ ਵੀ ਆਪਣਾ ਬੈਲੈਂਸ ਵੱਧ ਆ ਰਿਹਾ ਜਾਂ ਘੱਟ ਆ ਰਿਹਾ। ਜਦੋਂ ਤੁਸੀਂ ਬੈਲੈਂਸ ਕੱਢ ਲਿਆ ਫਿਰ ਤੁਸੀਂ ਉਹਨੂੰ ਐਨਾਲਾਈਜ਼ ਕਰੋਗੇ ਵੀ ਇਹ ਬੈਲੈਂਸ ਘੱਟ ਆਉਣ ਦੇ ਕੀ ਰੀਜ਼ਨ ਹੈ, ਵੱਧ ਆਇਆ ਤਾਂ ਵੱਧ ਆਉਣ ਦਾ ਕੀ ਰੀਜ਼ਨ ਆ, ਮਤਲਬ ਉਹਨੂੰ ਪ੍ਰੋਪਰਲੀ ਪਰਖੋਗੇ, ਐਨਾਲਾਈਜ਼ ਕਰੋਗੇ। ਦੈਨ ਇੰਟਰਪ੍ਰੇਟਿੰਗ ਹੁੰਦੀ ਹੈ ਜਦੋਂ ਤੁਸੀਂ ਉਸ ਚੀਜ਼ ਨੂੰ ਆਪਣੇ ਵਰਡਸ ਦੇ ਵਿੱਚ ਐਕਸਪਲੇਨ ਕਰ ਦਿੰਦੇ ਹੋ, ਮਤਲਬ ਜਦੋਂ ਤੁਸੀਂ ਕੋਈ ਜਰਨਲ ਐਂਟਰੀ ਕਰਦੇ ਹੋ ਉਹ ਤੁਸੀਂ ਅੰਡਰਸਟੂਡ ਕਰ ਸਕਦੇ ਹੋ ਕਿਉਂਕਿ ਤੁਸੀਂ ਕਮਰਸ ਨਾਲ ਰਿਲੇਟਡ ਹੋ ਜਾਂ ਤੁਹਾਨੂੰ ਆਪਦੇ ਬਿਜ਼ਨਸ ਦੀ ਟ੍ਰਾਂਜੈਕਸ਼ਨ ਦਾ ਪਤਾ ਹੈ। ਪਰ ਜੇ ਕੋਈ ਆਊਟਸਾਈਡਰ ਪਰਸਨ ਹੈ ਜਿਹਨੂੰ ਇਸ ਚੀਜ਼ ਦੀ ਨਹੀਂ, ਕਮਰਸ ਬਾਰੇ ਜਾਂ ਮਤਲਬ ਕਿ ਅਕਾਊਂਟਸ ਬਾਰੇ ਨੌਲੇਜ ਨਹੀਂ ਹੈਗੀ, ਤਾਂ ਉਹਨੂੰ ਸਮਝਾਉਣ ਲਈ ਆਪਾਂ ਉਹਨੂੰ ਇੱਕ ਸਿੰਪਲ ਲੈਂਗੁਏਜ ਦੇ ਵਿੱਚ ਇੰਟਰਪ੍ਰੇਟ ਕਰਾਂਗੇ, ਮਤਲਬ ਸਿੰਪਲ ਵਰਡਸ ਦੇ ਵਿੱਚ, ਉਹਨੂੰ ਇੰਟਰਪ੍ਰੀਟੇਸ਼ਨ ਬੋਲਦੇ ਆ। ਦੈਨ ਜਿਹੜੀ ਇਨਫੋਰਮੇਸ਼ਨ ਨੂੰ ਤੁਸੀਂ ਇੰਟਰਪ੍ਰੀਟ ਕੀਤਾ ਹੋਇਆ ਉਹ ਕਮਿਊਨੀਕੇਸ਼ਨ ਦੇ ਤੌਰ 'ਤੇ ਵਰਤੀ ਜਾਊਗੀ, ਮਤਲਬ ਕਿ ਜੋ ਵੀ ਆਊਟਸਾਈਡਰ ਪਾਰਟੀਜ਼ ਹੈ, ਮਤਲਬ ਕੋਈ ਗਵਰਨਮੈਂਟ ਹੈ ਜਾਂ ਕੋਈ ਬਾਹਰਲਾ ਕੋਈ ਵੀ ਬੰਦਾ ਜਿਹਨੂੰ ਤੁਹਾਡੇ ਬਿਜ਼ਨਸ ਦੀ ਇਨਫੋਰਮੇਸ਼ਨ ਨਾਲ ਵਿੱਚ ਇੰਟਰਸਟ ਹੈ, ਜਿਵੇਂ ਕਿ ਬਹੁਤ ਸਾਰੇ ਲੋਕ ਹੁੰਦੇ ਆ ਜੋ ਤੁਹਾਡੇ ਬਿਜ਼ਨਸ 'ਚ ਪੈਸਾ ਇਨਵੈਸਟ ਕਰਨਾ ਚਾਹੁੰਣਗੇ, ਪੈਸਾ ਲਾਉਣਾ ਚਾਹੁੰਦੇ ਆ, ਤਾਂ ਉਹ ਪਹਿਲਾਂ ਦੇਖਣਗੇ ਨਾ ਤੁਹਾਡੀ ਬਿਜ਼ਨਸ ਦੀ ਕੀ ਕੰਡੀਸ਼ਨ ਹੈ, ਤਾਂ ਉਹਨਾਂ ਵਾਸਤੇ ਉਹ ਚੀਜ਼ ਹੈਲਪਫੁਲ ਬਣ ਜਾਂਦੀ ਹੈ। ਉਹ ਇੱਕ ਇਨਫੋਰਮੇਸ਼ਨ ਦੇ ਤੌਰ 'ਤੇ ਤੁਸੀਂ ਕਮਿਊਨੀਕੇਟ ਕਰਦੇ ਹੋ ਆਪਦੇ ਬਿਜ਼ਨਸ ਬਾਰੇ ਵੀ ਸਾਡਾ ਬਿਜ਼ਨਸ ਆਏ ਹੈ, ਸਾਡੇ ਬਿਜ਼ਨਸ ਦੀ ਵੀ ਆਹ ਕੰਡੀਸ਼ਨਸ ਹੈਗੀਆਂ। ਸੋ ਇਹ ਸਾਰਾ ਤੁਹਾਡਾ ਅਕਾਊਂਟਿੰਗ ਦਾ ਕੰਸੈਪਟ ਹੈ, ਇਹਨੂੰ ਅਕਾਊਂਟਿੰਗ ਦੇ ਮੀਨਿੰਗ ਦੇ ਵਿੱਚ ਲਿਆ ਜਾਊਗਾ। ਠੀਕ ਹੈ, ਨੈਕਸਟ ਡਿਸਕਸਿੰਗ ਅਬਾਊਟ ਦੀ ਚੈਪਟਰ। ਫਸਟਲੀ ਵੀ ਅੰਡਰਸਟੈਂਡ ਦਾ ਸਮ ਬੇਸਿਕ ਟਰਮਸ, ਜਿਹੜੀਆਂ ਟਰਮਸ ਤੁਸੀਂ ਵਾਰ-ਵਾਰ ਅਕਾਊਂਟਸ ਦੇ ਵਿੱਚ ਯੂਜ਼ ਕਰੋਗੇ, ਈਵਨ ਕਿ ਇਨ ਸਮ ਲਾਈਨਸ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ, ਤਾਂ ਉਹ ਟ੍ਰਾਂਜੈਕਸ਼ਨ ਹੈਗੀਆਂ, ਟਰਮਸ ਹੈਗੀਆਂ ਸੌਰੀ। ਫਸਟ ਟਰਮ ਇਜ਼ ਬਿਜ਼ਨਸ ਟ੍ਰਾਂਜੈਕਸ਼ਨ। ਬਿਜ਼ਨਸ ਟ੍ਰਾਂਜੈਕਸ਼ਨ ਮਤਲਬ ਬਿਜ਼ਨਸ ਵਿੱਚ ਜੋ ਵੀ ਤੁਸੀਂ ਲੈਣ ਦੇਣ ਕਰਦੇ ਹੋ ਇੱਕ ਦੂਜੇ ਨਾਲ ਜਾਂ ਬਾਹਰਲੇ ਬੰਦੇ ਨਾਲ ਜਾਂ ਬਿਜ਼ਨਸ ਦੇ ਵਿੱਚ ਹੀ ਕਿਸੇ ਪਰਸਨ ਦੇ ਨਾਲ, ਉਹਨੂੰ ਬਿਜ਼ਨਸ ਦੀ ਟ੍ਰਾਂਜੈਕਸ਼ਨ ਕਹਿੰਦੇ ਆ। ਤਾਂ ਐਕਸਚੇਂਜ ਆਫ ਦੀ ਗੁੱਡਸ ਫॉर ਦੀ ਕੈਸ਼ ਔਨ ਕ੍ਰੈਡਿਟ। ਹੁਣ ਜਦੋਂ ਆਪਾਂ ਕਿਸੇ ਨਾਲ ਕੋਈ ਲੈਣ ਦੇਣ ਕਰਦੇ ਹਾਂ, ਸਪੋਜ਼ ਕਰੋ ਕੋਈ ਤੁਹਾਡਾ ਛੋਟਾ ਜਿਹਾ ਬਿਜ਼ਨਸ ਹੈ, ਕੋਈ ਸ਼ੌਪ ਹੈ, ਤਾਂ ਤੁਸੀਂ ਐਕਸਚੇਂਜ ਕਰੋਗੇ ਤਾਂ ਜ਼ਰੂਰੀ ਨਹੀਂ ਵੀ ਉਹ ਕੈਸ਼, ਐਕਸਚੇਂਜ ਹਮੇਸ਼ਾ ਕੈਸ਼ ਵਿੱਚ ਹੀ ਹੋਊਗਾ, ਮਤਲਬ ਕਿ ਤੁਹਾਨੂੰ ਇਮੀਡੀਏਟਲੀ ਪੈਸੇ ਮਿਲਣਗੇ। ਕਈ ਵਾਰ ਐਂ ਹੁੰਦਾ ਵੀ ਆਪਾਂ ਉਧਾਰ 'ਤੇ ਵੀ ਟ੍ਰਾਂਜੈਕਸ਼ਨਸ ਕਰਦੇ ਹਾਂ, ਮਤਲਬ ਕਿ ਉਹ ਵਾਲਾ ਪਰਸਨ ਤੁਹਾਨੂੰ ਆਫਟਰ ਸਮ ਟਾਈਮ ਪੈਸੇ ਦੇ ਕੇ ਜਾਊਗਾ, ਤਾਂ ਉਹ ਬਿਜ਼ਨਸ ਟ੍ਰਾਂਜੈਕਸ਼ਨ ਬੋਲਦੇ ਆ।
ਬਿਜ਼ਨਸ ਟ੍ਰਾਂਜੈਕਸ਼ਨ ਹਮੇਸ਼ਾ ਇੱਕ ਪਰਸਨ 'ਚ ਨਹੀਂ ਹੋ ਸਕਦੀ, ਹਮੇਸ਼ਾ ਇੱਕ ਦੋ ਜਾਂ ਦੋ ਤੋਂ ਜ਼ਿਆਦਾ ਪਰਸਨ ਚਾਹੀਦੇ ਆ। ਤਾਂ ਇਹਦੇ ਮੀਨਿੰਗ ਨੂੰ ਸਮਝਣ ਵਾਸਤੇ ਫਸਟ ਪੁਆਇੰਟ ਹੈ ਇਕਨੋਮਿਕ ਐਕਟੀਵਿਟੀ, ਕਿਉਂਕਿ ਆਪਾਂ ਬਿਜ਼ਨਸ ਦੀ ਗੱਲ ਕਰ ਰਹੇ ਹਾਂ ਤਾਂ ਬਿਜ਼ਨਸ ਹਮੇਸ਼ਾ ਪ੍ਰੋਫਿਟ ਕਮਾਉਣ ਵਾਸਤੇ ਹੀ ਕੀਤਾ ਜਾਂਦਾ ਹੈ। ਤਾਂ ਇਕਨੋਮਿਕ ਐਕਟੀਵਿਟੀ ਸੋ ਬਿਜ਼ਨਸ ਟ੍ਰਾਂਜੈਕਸ਼ਨ ਕਾਹਦੇ ਲਈ ਕੀਤੀ ਜਾਂਦੀ ਹੈ ਵੀ ਇਹ ਆਪ ਨੂੰ ਪ੍ਰੋਫਿਟ ਦੇ ਸਕੇ। ਤਾਂ ਇਕਨੋਮਿਕ ਐਕਟੀਵਿਟੀ ਮੀਨਸ ਵੀ ਇਹ ਟ੍ਰਾਂਜੈਕਸ਼ਨ ਕੀਤੀ ਤਾਂ ਜਾਂਦੀ ਹੈ ਤਾਂ ਕਿ ਤੁਹਾਨੂੰ ਕੋਈ ਬੈਨੀਫਿਟ ਹੋ ਸਕੇ, ਤਾਂ ਤੁਸੀਂ ਕੋਈ ਪ੍ਰੋਫਿਟ ਅਰਨ ਕਰ ਸਕੋ। ਨੈਕਸਟ ਐਕਸਟਰਨਲ ਔਰ ਇੰਟਰਨਲ, ਇਹ ਵਾਲੀ ਬਿਜ਼ਨਸ ਦੀ ਟ੍ਰਾਂਜੈਕਸ਼ਨ ਵਿਦਇਨ ਦਾ ਬਿਜ਼ਨਸ ਵੀ ਹੋ ਸਕਦੀ ਹੈ, ਆਊਟਸਾਈਡ ਦਾ ਬਿਜ਼ਨਸ ਵੀ। ਮਤਲਬ ਕਿ ਤੁਸੀਂ ਬਿਜ਼ਨਸ ਦੇ ਵਿੱਚ ਜੋ ਵੀ ਪਰਸਨ ਹੈ, ਜਿਵੇਂ ਤੁਸੀਂ ਦੋ ਇੰਪਲਾਈਜ਼ ਹੋ ਜਾਂ ਤੁਹਾਡਾ ਕੋਈ ਮੈਨੇਜਰ ਹੈ ਜਾਂ ਬਿਜ਼ਨਸ ਦੇ ਵਿੱਚ ਹੋਰ ਕੋਈ ਪਰਸਨ ਕੰਮ ਕਰ ਰਿਹਾ, ਤਾਂ ਉਹ ਟ੍ਰਾਂਜੈਕਸ਼ਨ ਉਹਦੇ ਨਾਲ ਵੀ ਹੋ ਸਕਦੀ ਹੈ। ਮਤਲਬ ਤੁਸੀਂ ਉਹ ਤੋਂ ਉਹਨੂੰ ਕੋਈ ਚੀਜ਼ ਸੇਲ ਵੀ ਕਰ ਸਕਦੇ ਆ, ਤਾਂ ਉਦੋਂ ਕੋਈ ਚੀਜ਼ ਪਰਚੇਜ਼ ਵੀ ਕਰ ਸਕਦੇ ਹੋ। ਤਾਂ ਉਹ ਹੋ ਗਈ ਇੰਟਰਨਲ। ਐਕਸਟਰਨਲ ਹੋ ਗਿਆ ਜਦੋਂ ਤੁਸੀਂ ਬਾਹਰ, ਮਤਲਬ ਬਿਜ਼ਨਸ ਤੋਂ ਬਾਹਰ, ਜਿਵੇਂ ਕਿ ਕੋਈ ਬਾਹਰਲੇ ਪਰਸਨ ਹੈ, ਜਿਵੇਂ ਕਸਟਮਰ ਹੈ, ਕਸਟਮਰ ਬਿਜ਼ਨਸ ਦਾ ਪਾਰਟ ਨਹੀਂ ਹੁੰਦੇ, ਉਹ ਆਊਟਸਾਈਡਰ ਪਾਰਟੀਜ਼ ਹੈ। ਤਾਂ ਜਦੋਂ ਆਪਾਂ ਉਹਨਾਂ ਨਾਲ ਕੋਈ ਵੀ ਲੈਣ ਦੇਣ ਕਰਦੇ ਹਾਂ, ਜਿਵੇਂ ਕਿਸੇ ਗਾਹਕ ਨੂੰ ਤੁਸੀਂ ਕੋਈ ਚੀਜ਼ ਸੇਲ ਕੀਤੀ ਹੈ, ਤਾਂ ਉਹ ਤੁਹਾਡੀ ਐਕਸਟਰਨਲ ਬਿਜ਼ਨਸ ਟ੍ਰਾਂਜੈਕਸ਼ਨ ਹੋ ਗਈ। ਨੈਕਸਟ ਕੁਆਂਟੀਟੇਟਿਵ ਹੈ ਐਂਡ ਕੁਆਲੀਟੇਟਿਵ ਹੈ। ਕੁਆਂਟੀਟੇਟਿਵ ਆਏ ਆ ਵੀ ਜਦੋਂ ਆਪਾਂ ਕੁਆਂਟਿਟੀ ਦੇ ਵਿੱਚ ਮੈਜ਼ਰ ਕਰਦੇ ਹਾਂ, ਜਿਵੇਂ ਸਪੋਜ਼ ਕਰੋ ਤੁਸੀਂ ਕੋਈ ਮਸ਼ੀਨ ਖਰੀਦੀ ਹੈ, ਉਹਦੀ ਕੀਮਤ 20,000 ਹੈ, ਤਾਂ ਉਹਦੀ ਕੁਆਂਟਿਟੀ ਬਣ ਗਈ ਵੀ ਉਹਦੀ ਕੁਆਂਟੀਟੇਟਿਵ ਐਸਪੈਕਟ ਉਹਦਾ 20,000 ਹੈ। ਅਤੇ ਕੁਆਲਿਟੀ ਐਵੇਂ ਆ ਵੀ ਜਦੋਂ ਆਪਾਂ ਕਿਸੇ ਮਸ਼ੀਨ ਨੂੰ ਯੂਜ਼ ਕਰਦੇ ਰਹਿੰਦੇ ਹਾਂ ਤਾਂ ਉਹਦੀ ਕੰਡੀਸ਼ਨ ਹਮੇਸ਼ਾ ਸੇਮ ਨਹੀਂ ਰਹਿੰਦੀ। ਜਦੋਂ ਆਪਾਂ ਦੇਖੋ ਸਪੋਜ਼ ਕਰੋ ਤੁਸੀਂ 10,000 ਦੀ ਕੋਈ ਚੀਜ਼ ਖਰੀਦ ਲਈ, ਪਰ ਉਹ ਜਦੋਂ ਉਹਨੂੰ ਤੁਸੀਂ ਸੇਲ ਕਰੋਗੇ 2 ਮਹੀਨਿਆਂ ਬਾਅਦ ਲਾ ਲਓ, 3 ਮਹੀਨਿਆਂ ਬਾਅਦ ਲਾ ਲਓ, ਤਾਂ ਉਹ 10,000 ਦੀ ਨਹੀਂ ਰਹਿਣੀ, ਉਹਦੀ ਵੈਲਿਊ ਉਹਦੀ ਕੁਆਲਿਟੀ ਦੇ ਵਿੱਚ ਥੋੜ੍ਹਾ ਬਹੁਤ ਘੱਟ ਪੈ ਜਾਊਗਾ, ਲਾਈਕ ਡੈਪਰੀਸੀਏਸ਼ਨ ਹੋ ਜੂਗੀ। ਜਦੋਂ ਆਪਾਂ ਆਪਣੀ ਮਸ਼ੀਨਸ ਦੇ ਵਿੱਚ ਕੋਈ ਵੀ ਉਹਦੀ ਵੈਲਿਊ ਦੇ ਵਿੱਚ ਡਾਊਨਫਾਲ ਹੋ ਜਾਂਦਾ ਜਾਂ ਕੋਈ ਵੀ ਘਾਟਾ ਪੈਂਦਾ, ਮਤਲਬ ਉਹਦੀ ਵੈਲਿਊ ਘੱਟ ਜਾਂਦੀ ਆ, ਤਾਂ ਉਹਨੂੰ ਆਪਾਂ ਕੁਆਲੀਟੇਟਿਵ ਐਸਪੈਕਟ ਦੇ ਵਿੱਚ ਲੈਂਦੇ ਹਾਂ। ਮਤਲਬ ਕਿ ਉਸ ਚੀਜ਼ ਦੀ ਡੈਪਰੀਸੀਏਸ਼ਨ ਹੋ ਰਹੀ ਹੈ ਤਾਂ ਉਹਦੀ ਕੁਆਲਿਟੀ ਡਾਊਨ ਚਲੇਗੀ। ਹੁਣ ਜਿਵੇਂ ਪਹਿਲਾਂ ਆਪਾਂ ਮਸ਼ੀਨ ਲੈ ਕੇ ਆਏ, ਉਹ ਬਹੁਤ ਵਧੀਆ ਕੰਡੀਸ਼ਨ 'ਚ ਹੋਊਗੀ ਪ੍ਰੋਪਰ, ਬਟ ਜਦੋਂ ਤੁਸੀਂ ਉਹਨੂੰ ਯੂਜ਼ ਕਰਦੇ ਰਹੋਗੇ ਤਾਂ ਉਹਦੀ ਕੰਡੀਸ਼ਨ ਕੀ ਹੈ, ਥੋੜ੍ਹੀ ਖ਼ਰਾਬ ਹੋਣੀ ਸ਼ੁਰੂ ਹੋ ਜੂਗੀ। ਤਾਂ ਉਹਦਾ ਕੁਆਲੀਟੇਟਿਵ ਮਤਲਬ ਉਹਦੀ ਕੁਆਲਿਟੀ ਘਟਣੀ ਸ਼ੁਰੂ ਹੋ ਗਈ। ਨੈਕਸਟ ਹੈ ਫਾਈਨੈਂਸ਼ੀਅਲ ਇਨ ਨੇਚਰ, ਐਜ਼ ਆਈ ਡਿਸਕਸਡ, ਮਤਲਬ ਜੋ ਵੀ ਤੁਹਾਡੀਆਂ ਬਿਜ਼ਨਸ ਦੀਆਂ ਟ੍ਰਾਂਜੈਕਸ਼ਨ ਆ ਉਹ ਸਿਰਫ ਪੈਸੇ ਵਾਲੀਆਂ ਟ੍ਰਾਂਜੈਕਸ਼ਨ ਹੀ ਹੁੰਦੀਆਂ। ਜਿਵੇਂ ਆਪਾਂ ਵੈਸੇ ਕਿਸੇ ਨਾਲ ਆਪਣੇ ਫਰੈਂਡ ਸਰਕਲ ਦੇ ਵਿੱਚ ਜਾਂ ਆਪਣੀ ਫੈਮਿਲੀ ਦੇ ਵਿੱਚ ਆਪਾਂ ਕਦੇ ਕੋਈ ਲੈਣ ਦੇਣ ਕਰਦੇ ਹਾਂ, ਉਹਦੇ 'ਚ ਆਪਾਂ ਪੈਸੇ ਦਾ ਲੈਣ ਦੇਣ ਨਹੀਂ ਕਰਦੇ, ਤਾਂ ਉਹ ਆਪਣੀ ਕੋਈ ਬਿਜ਼ਨਸ ਟ੍ਰਾਂਜੈਕਸ਼ਨ ਨਹੀਂ ਹੋਈ। ਬਿਜ਼ਨਸ ਟ੍ਰਾਂਜੈਕਸ਼ਨ ਉਹੀ ਹੈ ਜਿੱਥੇ ਤੁਸੀਂ ਪੈਸੇ ਦਾ ਲੈਣ ਦੇਣ ਕਰ ਰਹੇ ਹੋ। ਨੈਕਸਟ ਹੈ ਓਨਰ। ਓਨਰ ਉਹ ਵਾਲਾ ਬੰਦਾ ਹੁੰਦਾ ਹੈ ਜੋ ਬਿਜ਼ਨਸ ਨੂੰ ਚਲਾਉਂਦਾ ਹੈ, ਮਤਲਬ ਮਾਲਕ, ਬਿਜ਼ਨਸ ਦਾ ਮਾਲਕ। ਜਿਵੇਂ ਸਪੋਜ਼ ਕਰੋ ਮੈਂ ਹੀ ਹਾਂ, ਮੈਂ ਕੋਈ ਬਿਜ਼ਨਸ ਸ਼ੁਰੂ ਕਰ ਲਿਆ, ਮੈਂ ਉਹਦੇ ਵਿੱਚ ਪੈਸੇ ਲਾ ਕੇ ਬਿਜ਼ਨਸ ਸ਼ੁਰੂ ਕੀਤਾ, ਤਾਂ ਮੈਂ ਉਹ ਬਿਜ਼ਨਸ ਦੀ ਮਾਲਕ ਹਾਂ। ਓਨਰ ਵੀ ਬੋਲ ਦਿੰਦੇ ਆ ਅਤੇ ਇਹਨੂੰ ਪ੍ਰੋਪਰਾਈਟਰ ਵੀ ਬੋਲ ਦਿੰਦੇ ਆ। ਜਿਵੇਂ ਕੋਈ ਪਰਸਨ ਬਿਜ਼ਨਸ ਸ਼ੁਰੂ ਕਰਦਾ ਜਿਹੜਾ ਬੰਦਾ, ਉਹਨੂੰ ਆਪਾਂ ਪ੍ਰੋਪਰਾਈਟਰ ਜਾਂ ਓਨਰ ਮਤਲਬ ਮਾਲਕ ਕਹਿੰਦੇ ਹਾਂ। ਨੈਕਸਟ ਜੇ ਆਪਾਂ ਅਕਾਊਂਟਿੰਗ ਬਾਰੇ ਦੇਖੀਏ ਤਾਂ ਇਹਨੂੰ 3 ਪਾਰਟਸ ਵਿੱਚ ਆਪਾਂ ਡਿਸਟਰੀਬਿਊਟ ਕਰਦੇ ਹਾਂ। ਸਭ ਤੋਂ ਫਸਟ ਹੈ ਜਿਵੇਂ ਅਕਾਊਂਟੈਂਸੀ ਹੈ। ਅਕਾਊਂਟੈਂਸੀ ਇੱਕ ਡਿਸਿਪਲਿਨ ਹੈ। ਜਿਵੇਂ ਆਪਾਂ ਕਿਸੇ ਪ੍ਰੋਫੈਸ਼ਨ ਦੀ ਗੱਲ ਕਰਦੇ ਹਾਂ, ਜਿਵੇਂ ਲਾਇਰ ਹੈ ਨਾ, ਲਾਇਰਸ ਦੇ ਆਪਦੇ ਰੂਲਸ ਰੈਗੂਲੇਸ਼ਨਸ ਹੁੰਦੇ ਆ। ਜੇ ਆਪਾਂ ਡਾਕਟਰ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਰੂਲਸ ਰੈਗੂਲੇਸ਼ਨ ਆਪਦੇ ਅਕੋਰਡਿੰਗ ਹੁੰਦੇ ਆ। ਸੋ ਉਸੇ ਤਰ੍ਹਾਂ ਅਕਾਊਂਟ ਦੇ ਜਿਹੜੇ ਰੂਲ ਰੈਗੂਲੇਸ਼ਨ ਜਿੱਥੇ ਮੈਂਸ਼ਨ ਕੀਤੇ ਜਾਂਦੇ ਆ ਉਹਨੂੰ ਅਕਾਊਂਟੈਂਸੀ ਕਹਿੰਦੇ ਆ। ਠੀਕ ਹੈ। ਨੈਕਸਟ ਹੈ ਅਕਾਊਂਟੈਂਟ। ਅਕਾਊਂਟੈਂਟ ਮਤਲਬ ਜਿਹੜਾ ਵੀ ਬੰਦਾ ਅਕਾਊਂਟਿੰਗ ਕਰਦਾ, ਜਿਵੇਂ ਕਿਸੇ ਬਿਜ਼ਨਸ ਦੇ ਵਿੱਚ ਆਪਾਂ ਸੁਣਦੇ ਹਾਂ ਵੀ ਅਕਾਊਂਟੈਂਟ ਹੁੰਦੇ ਆ। ਅਕਾਊਂਟੈਂਟ ਉਹ ਹੁੰਦੇ ਆ ਜਿਹੜਾ ਸਾਰਾ ਲੇਖਾ ਜੋਖਾ ਦੇਖਦੇ ਆ ਵੀ ਬਿਜ਼ਨਸ 'ਚ ਪੈਸਾ ਕਿੱਥੋਂ ਆ ਰਿਹਾ, ਕਿੱਥੇ ਜਾ ਰਿਹਾ, ਕਿੰਨੇ ਦੀ ਟ੍ਰਾਂਜੈਕਸ਼ਨ ਹੋਈ ਹੈ, ਕਿੰਨੇ ਟਾਈਮ ਬਾਅਦ ਪੈਸੇ ਰਿਸੀਵ ਕਰਨੇ ਆ, ਕਿੰਨਾ ਵਿਆਜ ਬਣੂਗਾ। ਉਹ ਇੱਕ ਪ੍ਰੋਫੈਸ਼ਨਲ ਪਰਸਨ ਹੈ, ਜਿਵੇਂ ਵਕੀਲ ਜਾਂ ਡਾਕਟਰ ਆਪਾਂ ਕਹਿ ਦਿੰਦੇ ਹਾਂ, ਉਸੇ ਤਰ੍ਹਾਂ ਅਕਾਊਂਟੈਂਟ ਵੀ ਇੱਕ ਜੋਬ ਹੈ, ਇੱਕ ਪ੍ਰੋਫੈਸ਼ਨ ਹੈ, ਤਾਂ ਉਹਨੂੰ ਪ੍ਰੋਫੈਸ਼ਨਲ ਪਰਸਨ ਨੂੰ ਅਕਾਊਂਟੈਂਟ ਕਹਿੰਦੇ ਆ। ਨੈਕਸਟ ਹੈ ਅਕਾਊਂਟਿੰਗ। ਅਕਾਊਂਟਿੰਗ ਉਹ ਵਾਲੀਆਂ ਮੈਥਡਸ ਜਿਹਦੇ ਨਾਲ ਤੁਸੀਂ ਅਕਾਊਂਟਸ ਨੂੰ ਪੜ੍ਹਦੇ ਹੋ, ਜਿਵੇਂ ਕਿ ਆਪਾਂ ਕਿਵੇਂ ਅਕਾਊਂਟ ਬਣਾਉਣੇ ਹੈ, ਕਿਵੇਂ ਜਰਨਲ ਐਂਟਰੀ ਕਰਨੀ ਹੈ, ਉਸ ਤੋਂ ਬਾਅਦ ਕਿਵੇਂ ਉਹਨੂੰ ਰਿਕਾਰਡ ਕਰਨਾ, ਕਿਵੇਂ ਉਹਦੇ ਅੱਗੇ ਅਕਾਊਂਟ ਬਣਨਗੇ, ਕਿਵੇਂ ਅੱਗੇ ਤੁਸੀਂ ਨਿਊਮੈਰੀਕਲ ਐਸਪੈਕਟ ਦੇਖੋਗੇ, ਬਹੁਤ ਸਾਰੇ ਮੈਥਡਸ ਆਉਣਗੇ, ਡੈਪਰੀਸੀਏਸ਼ਨ ਕਿਵੇਂ ਕੱਢਣੀ ਆ, ਤਾਂ ਉਹ ਸਾਰਾ ਅਕਾਊਂਟਿੰਗ ਹੈ। ਜਿਹੜੇ ਵੀ ਮੈਥਡ ਡਿਸਕਸ ਕੀਤੇ ਜਾਂਦੇ ਆ ਉਹ ਅਕਾਊਂਟਿੰਗ ਦੇ ਵਿੱਚ ਕੀਤੇ ਜਾਂਦੇ ਆ। ਠੀਕ ਹੈ। ਨੈਕਸਟ ਸੈਕਿੰਡ ਟਰਮ, ਫਸਟਲੀ ਆਈ ਡਿਸਕਸ ਦਾ ਬਿਜ਼ਨਸ ਟ੍ਰਾਂਜੈਕਸ਼ਨ। ਨੈਕਸਟ ਇਜ਼ ਕੈਪੀਟਲ। ਕੈਪੀਟਲ ਬਿਜ਼ਨਸ ਦੀ ਪੂੰਜੀ ਹੁੰਦੀ ਹੈ। ਪੂੰਜੀ ਮਤਲਬ ਜਦੋਂ ਕੋਈ ਵੀ ਬੰਦਾ ਬਿਜ਼ਨਸ ਸ਼ੁਰੂ ਕਰਦਾ ਹੈ, ਮਤਲਬ ਓਨਰ, ਜਿਵੇਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਮਾਲਕ, ਜਦੋਂ ਵੀ ਕੋਈ ਬਿਜ਼ਨਸ ਸ਼ੁਰੂ ਕਰੂਗਾ ਤਾਂ ਉਹ ਕੁਛ ਪੈਸਾ ਬਿਜ਼ਨਸ ਦੇ ਵਿੱਚ ਲਾਊਗਾ, ਉਹਨੂੰ ਕੈਪੀਟਲ ਕਹਿੰਦੇ ਆ। ਜਿਵੇਂ ਆਈ ਸਟਾਰਟ ਅ ਬਿਜ਼ਨਸ ਵਿਦ 1 ਲੱਖ, ਹੁਣ ਮੈਂ 1 ਲੱਖ ਰੁਪਏ ਲਾ ਕੇ ਕੋਈ ਬਿਜ਼ਨਸ ਸ਼ੁਰੂ ਕਰ ਰਹੀ ਹਾਂ, ਤਾਂ ਹੁਣ 1 ਲੱਖ ਮੇਰੀ ਕੀ ਹੈ, ਕੈਪੀਟਲ, ਮੇਰੀ ਆਪਦੀ ਪੂੰਜੀ ਹੈ। ਹੁਣ ਦੇਖੋ ਜਦੋਂ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰੋਗੇ ਤਾਂ ਓਬਵੀਅਸ ਹੈ ਤੁਸੀਂ ਉਹਦੇ ਲਈ ਸੇਵਿੰਗਸ ਕਰੋਗੇ ਇਨ ਐਡਵਾਂਸ। ਜਿਵੇਂ ਮੈਂ ਕੋਈ ਬਿਜ਼ਨਸ ਸ਼ੁਰੂ ਕਰੂੰਗੀ ਤਾਂ ਮੈਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਕੋਲ ਕਿੰਨੀ ਮੇਰੀ ਆਪਦੀ ਪੂੰਜੀ ਹੈ, ਮਤਲਬ ਕਿੰਨਾ ਕੁ ਮੇਰੇ ਕੋਲ ਪੈਸਾ ਜਿਹੜਾ ਮੈਂ ਲਾ ਸਕਦੀ ਹਾਂ ਅਤੇ ਜਿਹਦੇ ਨਾਲ ਮੈਂ ਬਿਜ਼ਨਸ ਸ਼ੁਰੂ ਕਰ ਸਕਦੀ ਹਾਂ। ਤਾਂ ਉਹ ਬਿਜ਼ਨਸ 'ਚ ਜੋ ਵੀ ਤੁਸੀਂ ਪੈਸਾ ਲਾਉਂਦੇ ਹੋ ਉਹਨੂੰ ਕੈਪੀਟਲ ਕਹਿੰਦੇ ਆ, ਇਨਵੈਸਟ ਕਰਦੇ ਹੋ।
कैपिटल किसी भी तरीके की हो सकती है, कैश विच, जिमें कि मैं 1 लाख रुपया लाता तो मेरी कैश वाली कैपिटल होगी, और इन काइंड भी हो सकती है, जिमें कि कोई चीज़, जिमें मतलब कि मेरे घरे कोई मशीन अवेलेबल सीगी जां कोई फर्नीचर ला लो जां कुछ मेरे कोल बिल्डिंग, मतलब कि जिमें हुंदा ना भी अपने कोल कोई रूम कोई जगह पई हुई है जां कोई रूम पिया होया जिथे तुसीं आपदा बिजनेस शुरू कर सकते हो, तो वो जिहड़ी चीज़ मैं यूज़ करूँगी वो हो गया इन काइंड, जिहड़ा मैं पैसा लाऊंगी वो हो गया कैश, और जिहड़ा भी मैं कोई समान यूज़ करूँगी ਉਹਦੇ ਵਿੱਚ सपोज जिमें कोई फर्नीचर वगैरह या कोई मैं जगह आपदी यूज़ कर रही हाँ, आपदी मेरी परसनल प्रॉपर्टी सी उत्थे मैं कोई बिल्डिंग बना ली, तो वो हो गया इन काइंड। तो सो कैपिटल कैश भी हो सकती है और काइंड भी हो सकती है। नैक्सट थर्ड टर्म इज़ ड्राइंग। ड्राइंग मतलब हुंदा विड्रॉ करना, मतलब कि पैसे नूं कढवाउणा, जिवें आपां बैंक चों पैसे कढा के लिआउणे आ तो उहनूं विड्रॉ करना कहंदे आ, तो उन्होंने जो आप विड्रॉ स्लिप भरते हैं जिमें, तो वो ड्राइंग है। ड्राइंग बिजनेस की टर्म्स आए हैं भी जो तुम आपकी कैपिटल पहला बिजनेस चलाती, उस तो बाद थोड़े टाइम लिए थोनों आपकी परसनल वर्किंग लिए या डोमैसटिक यूज़ लिए थोड़े बहुत पैसे की जरूरत पई है, तो तुम आपकी कैपिटल चों जो आपके परसनल कामों के लिए पैसा विड्रॉ करोगे उन्होंने ड्राइंग्स कहते हैं। जे तो तुम वो पैसा बिजनेस के काम वास्ते यूज़ किया फिर वो ड्राइंग नहीं हैगी। जे तुसीं उहनूं परसनल काम वास्ते यूज़ करदे हो, मतलब आपदी फैमिली पर्पज़ वास्ते यूज़ कर रहे हो, तो दैन वो ड्राइंग है। जिवें आपां पहला एग्जाम्पल ली सी भी मैं 1 लाख का बिजनेस शुरू किया, पर 3 मंथ्स बाद मैनूं थोड़ी जरूरत पई लाइक 20,000 की, तो मैं वो बिजनेस की 1 लाख की कैपिटल चो 20,000 कढा लिया, तो 20,000 मेरी की बन गई ड्राइंग, मतलब मैं विड्रॉ कर रही हाँ, तो बाकी मेरी कैपिटल कितनी कंटीन्यू हो जूगी फिर 80,000। सो उहनूं ड्राइंग कहते हैं। ये हमेशा अपने परसनल और डोमैसटिक यूज़ वास्ते ही होगी। ठीक है। नैक्सट फोर्थ लाइबिलिटी। लाइबिलिटीज़ होंदियां ऑबलीगेशनस, जिम्मेवारियां। ਜਦੋਂ भी आप किस तो पैसा उधार लै लैंदे आ तो वो अपनी एक जिम्मेवारी बन जाती है भी सानू वो पैसा मोड़ना ही पैंदा है, तो वो अपनियां ऑबलीगेशनस है जिहड़ी अमाउंट आप किस तो ओड करदे आ, ओड विच इज़ ओड। ओड मतलब जो आप किस तो पैसा लैंदे आ तो वो अपनी एक लाइबिलिटी बन जाती है, अपनी जिम्मेवारी बन जाती है भी आपां नूं वो पैसा जो भी उसका टाइम पीरियड खत्म होगा तो तुहानूं वो वापस करना पऊगा। सपोज जिमें आप 1 लाख का लोन लै लिया तो वो आप एक साल या 5 साल जिन्ना भी टाइम बाद रिटर्न करना, तो जिन्ना टाइम तुसीं उहनूं वापस नहीं कर देंदे उन्ना टाइम वास्ते वो तुहाडी जिम्मेवारी रहूगी, तुसीं उहदे वास्ते लाइबल रहोगे, जिम्मेवार। नैक्सट जिहड़ी तुहाडी लाइबिलिटी है उन्होंने 2 पार्ट्स के डिस्ट्रीब्यूट किया गया, नॉन करंट लाइबिलिटी और करंट लाइबिलिटी। नॉन करंट लाइबिलिटी वो होंदियां जिहड़ियां फिक्सड नेचर दियां होंदियां, जिवें आप फिक्स की गल करदे हां भी जिहड़ियां 1 साल तो वध, जिवें फिक्सड है। हुण जिवें मैं जे 5 लाख का लोन लैंदी हाँ तो वो वास्ते मैनूं 5 साल मिलते हैं भी तू 5 सालों चो लोन वापस कर दी, तो 5 साल एक फिक्सड पीरियड हो गया भी मतलब 5 सालों विच मैं वो पैसे नूं यूज़ करके तो 5 सालों बाद मैं उन्ना पैसा विद ब्याज विद इंटरस्ट मैं मोड़ना होगा, तो वो मेरी नॉन करंट लाइबिलिटी है जिहड़ी फिक्स टाइम पीरियड लिए होगी, मतलब मोर दैन 1 ईयर लिए होगी। तो नैक्सट आ करंट लाइबिलिटी, वो वाली लाइबिलिटी जिहड़ी मेरी 1 साल दे विच ही हुंदी है, जिवें कि कोई शॉर्ट टर्म लोन हो गया, मतलब छोटे मोटे लोन जिवें आपां कुछ पैसों के लैंदे आ वो हो गया, जां अपनियां जिवें आउटस्टैंडिंग एक्सपेंसिस हो गई। आउटस्टैंडिंग एक्सपेंस वो होंदे जिवें अपने पेंडिंग खर्चे, जिवें सपोज घरे अपने इलैक्ट्रिसिटी का बिल हुंदा तो वो अपना आउटस्टैंडिंग एक्सपेंस है, क्योंकि जो ड्यू डेट वो आऊगी तो तुहानूं वो पैसा पे करना पऊगा, तो वो तुहाडी आउटस्टैंडिंग एक्सपेंस है। इवें ही बिजनेस दे विच कोई जिवें रेंट है, सैलरी है इंपलॉइज़ दी, जां कोई भी इलैक्ट्रिसिटी चार्जिस है, वाटर चार्जिस है, वो सारे वो आउटस्टैंडिंग एक्सपेंस है, तो वो सारे 1 साल दे विच पे करने पैंदे हैं, क्योंकि आप बिजनेस दे विच बिजनेस नूं हमेशा 1 अप्रैल तो शुरू करते हैं तो 31 मार्च ते उहनूं खत्म कर देंगे हैं, तो 31 मार्च ते जिहड़े सारे अपने कोई लैन देन हुंदा, मतलब कि कोई बकाया अपना पेंडिंग आ, किसी नूं पैसे देने आ लैने आ, तो वो सारियां ट्रांजैक्शनस क्लोज कीतियां जांदियां। जिवें तुसीं देखिआ होगा भी 31 मार्च नूं जिवें अपने बहुत सारी फाइनैशियल ट्रांजैक्शनस आ क्लोज होंदियां, खाते बंद कीते जांदे आ बैंक्स दे विच, देखिआ होगा। नैक्सट टर्म इज़ फिफ्थ एसैट्स। नैक्सट टर्म है थोड़ी एसैट्स। एसैट मतलब प्रॉपर्टी, जो भी बिजनेस की प्रॉपर्टी है, बिजनेस को जो भी समान है वो सारियां उहदियां एसैट्स है। एसैट्स जिवें अपने घरे ला लो, अपने कोल कार है जां अपना घर है जां कोई भी तुहाडे कोल इंफ्रास्ट्रक्चर जिवें कह सकते हो, जो भी तुहाडे कोल समान आ वो सारियां तुहाडियां एसैट्स है, तुहाडी प्रॉपर्टी है। ये चीज़ तुहानूं हैल्प करती है जो भी तुहाडे कोल कोई इहो जी सिचुएशन आउंदी है जो तुहानूं पैसे की लोड़ हुंदी है, तो तुसीं ये सारियां चीज़ां नूं आपदे बेनीफिट लई यूज़ कर सकते हो। जिवें गोल्ड है, जो आपां नूं कोई लोड़ हुंदी है तो आपां आपदा गोल्ड सेल कर सकते हैं, तो उहदे तो जो भी आपां नूं फाइनैशियल हैल्प मिल सकती है।
ਉਵੇਂ ਬਿਜ਼ਨਸ ਦੇ ਵਿੱਚ ਵੀ ਜਿਵੇਂ ਤੁਹਾਡੇ ਬਿਜ਼ਨਸ ਵਿੱਚ ਕੋਈ ਐਸੈਟਸ ਹੈ, ਪ੍ਰੋਪਰਟੀ ਹੈ, ਜਾਂ ਜਿਹੜੀ ਬਿਲਡਿੰਗ ਬਣੀ ਹੋਈ ਹੈ, ਉਹ ਤੁਹਾਨੂੰ ਤੁਹਾਡੇ ਲਈ ਹੈਲਪਫੁਲ ਹੈ। ਜਦੋਂ ਤੁਹਾਨੂੰ ਬਿਜ਼ਨਸ 'ਚ ਕਦੇ ਵੀ ਪੈਸੇ ਦੀ ਲੋੜ ਪਊਗੀ ਤਾਂ ਤੁਸੀਂ ਉਹ ਆਪਦੀ ਚੀਜ਼ ਨੂੰ ਗਿਰਵੀ ਰੱਖ ਕੇ ਜਾਂ ਉਹਨੂੰ ਸੇਲ ਕਰਕੇ ਤੁਸੀਂ ਆਪਦੀ ਉਹ ਵਾਲੀ ਕੰਡੀਸ਼ਨ 'ਚੋਂ ਨਿਕਲ ਸਕਦੇ ਹੋ। ਜਿਵੇਂ ਆਪਾਂ ਕਿਸੇ ਨੂੰ ਲੋਨ ਪੇ ਕਰਨਾ ਸੀ ਤਾਂ ਤੁਸੀਂ ਉਹ ਨਹੀਂ ਪੇ ਕਰ ਸਕੇ, ਤਾਂ ਤੁਸੀਂ ਆਪਦੀ ਉਹ ਪਰਟੀਕੂਲਰ ਪ੍ਰੋਪਰਟੀ ਨੂੰ ਸੇਲ ਕਰੋਗੇ ਤਾਂ ਉਹਦੇ ਤੋਂ ਜਿਹੜਾ ਤੁਹਾਨੂੰ ਪੈਸੇ ਮਿਲਣਗੇ ਉਹਦੇ ਨਾਲ ਤੁਸੀਂ ਆਪਦਾ ਲੋਨ ਪੇ ਕਰ ਸਕਦੇ ਹੋ। ਅਤੇ ਐਸੈਟਸ ਆਪਣੀ ਪ੍ਰੋਪਰਟੀ ਹੈ। ਇਹਦੀਆਂ ਵੀ ਫਰਦਰ 2 ਟਾਈਪਸ ਆ, ਨੋਨ ਕਰੰਟ ਐਸੈਟ ਔਰ ਕਰੰਟ ਐਸੈਟ। ਨੋਨ ਕਰੰਟ ਐਸੈਟਸ ਐਜ਼ ਸੇਮ, ਇਹ ਉਹ ਵਾਲੀਆਂ ਐਸੈਟਸ ਹੁੰਦੀਆਂ ਜਿਹੜੀਆਂ ਫਿਕਸਡ ਨੇਚਰ ਦੀਆਂ ਹੁੰਦੀਆਂ, ਮਤਲਬ ਕਿ ਫਿਕਸਡ ਨੇਚਰ ਦੀਆਂ ਲਾ ਲਓ, ਜਾਂ ਜਿਹੜੀਆਂ ਮੂਵ ਨਹੀਂ ਹੋ ਸਕਦੀਆਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ, ਤਾਂ ਹਮੇਸ਼ਾ ਇਹਨਾਂ ਦਾ ਬੈਨੀਫਿਟ ਤੁਹਾਨੂੰ ਮੋਰ ਦੈਨ 1 ਈਅਰ ਤੱਕ ਮਿਲੂਗਾ। ਮਤਲਬ 1 ਸਾਲ ਲਈ ਨਹੀਂ, ਤੁਸੀਂ ਇਹ ਵਾਲੀਆਂ ਐਸੈਟ ਦਾ ਜਿਹੜਾ ਫਾਇਦਾ ਹੈ ਉਹ ਜ਼ਿਆਦਾ ਸਾਲਾਂ ਤੱਕ ਲੈ ਸਕਦੇ ਹੋ, ਮਤਲਬ 5 ਈਅਰ 10 ਈਅਰ ਤੱਕ ਬੈਨੀਫਿਟ ਲੈ ਸਕਦੇ ਹੋ। ਤਾਂ ਇਹਦੇ ਵਿੱਚ ਅੱਗੇ 2 ਟਾਈਪ ਆ, ਟੈਂਜੀਬਲ ਇੰਟੈਂਜੀਬਲ। ਉਹ ਵਾਲੀਆਂ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ, ਟੱਚ ਕਰ ਸਕਦੇ ਹੋ, ਉਹ ਸਾਰੀਆਂ ਟੈਂਜੀਬਲ ਥਿੰਗਸ ਹੈ। ਇੰਟੈਂਜੀਬਲ ਜਿਨ੍ਹਾਂ ਨੂੰ ਆਪਾਂ ਨਹੀਂ ਦੇਖ ਸਕਦੇ। ਟੈਂਜੀਬਲ ਜਿਵੇਂ ਆ ਗਿਆ ਫਰਨੀਚਰ, ਮਸ਼ੀਨਰੀ। ਹੁਣ ਜਿਵੇਂ ਕੋਈ ਵੀ ਬਿਜ਼ਨਸਮੈਨ ਹੈ, ਜੇ ਉਹ ਇੱਕ ਮਸ਼ੀਨਰੀ ਖਰੀਦਦਾ ਤਾਂ ਓਬਵੀਅਸ ਆ ਮਸ਼ੀਨਰੀ ਥੋੜ੍ਹੀ ਕੋਸਟਲੀ ਹੋਊਗੀ। ਜੇ ਉਹ 10 ਲੱਖ ਦੀ ਵੀ ਕੋਈ ਮਸ਼ੀਨ ਖਰੀਦਦਾ ਅਕੋਰਡਿੰਗ ਟੂ ਦੀਅਰ ਰਿਕੁਆਇਰਮੈਂਟ, ਤਾਂ ਜੇ ਉਹ 10 ਲੱਖ ਦੀ ਮਸ਼ੀਨ ਖਰੀਦਦਾ ਤਾਂ ਉਹ ਇਵੇਂ ਤਾਂ ਹੈ ਨਹੀਂ ਵੀ 1 ਸਾਲ ਉਹਨੂੰ ਯੂਜ਼ ਕਰੂਗਾ ਅਤੇ ਫਿਰ ਉਹਨੂੰ ਸੇਲ ਕਰ ਦੂਗਾ। ਤਾਂ ਉਹ 10 ਲੱਖ ਦੀ ਮਸ਼ੀਨ ਦਾ ਬੈਨੀਫਿਟ ਘੱਟੋ ਘੱਟ 5-10 ਸਾਲਾਂ ਤੱਕ ਤਾਂ ਲਊਗਾ ਹੀ, ਜਿੰਨਾ ਟਾਈਮ ਉਹਦੀ ਕੰਡੀਸ਼ਨ ਵਧੀਆ ਰਹਿੰਦੀ ਹੈ। ਤਾਂ ਉਹ ਮਸ਼ੀਨਰੀ ਦਾ ਬੈਨੀਫਿਟ ਉਹਨੂੰ ਮੈਕਸੀਮਮ ਨੰਬਰ ਆਫ ਈਅਰਸ ਤੱਕ ਮਿਲੂਗਾ, ਮਤਲਬ ਕਿ ਮੋਰ ਦੈਨ 1 ਈਅਰ ਤੱਕ ਉਹਦਾ ਬੈਨੀਫਿਟ ਉਹ ਲੈ ਸਕਦਾ। ਫਰਨੀਚਰ, ਮਸ਼ੀਨਰੀ ਲਾਈਕ ਬਿਲਡਿੰਗ ਵੀ ਆਪਣੀ ਇੱਕ ਟੈਂਜੀਬਲ ਫਿਕਸਡ ਐਸੈਟ ਹੈ। ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖ ਵੀ ਸਕਦੇ ਹੋ, ਤਾਂ ਇਹ ਹੈ ਵੀ ਫਿਕਸਡ ਨੇਚਰ ਦੀਆਂ, ਵੀ ਜਿਹੜੀਆਂ ਮੂਵਮੈਂਟਸ ਜਿਹਦੀਆਂ ਜ਼ਿਆਦਾ ਨਹੀਂ ਹੁੰਦੀਆਂ। ਦੇਖੋ ਜੈਸੇ ਫਰਨੀਚਰ ਆਪਾਂ ਦੇਖਦੇ ਹਾਂ ਵੀ ਉਹ ਮੂਵੇਬਲ ਥਿੰਗ ਹੈ, ਬਟ ਇੱਥੇ ਉਹ ਵਾਲੀ ਫਰਨੀਚਰ ਦੀ ਗੱਲ ਕੀਤੀ ਗਈ ਜਿਹੜਾ ਫਿਕਸ ਨੇਚਰ ਦਾ ਫਰਨੀਚਰ ਹੁੰਦਾ, ਜਿਵੇਂ ਕਬਰਡਸ ਵਗੈਰਾ ਬਣੀਆਂ ਹੁੰਦੀਆਂ, ਤਾਂ ਉਹ ਫਰਨੀਚਰ ਦੀ ਗੱਲ ਕੀਤੀ ਗਈ ਹੈ। ਨੈਕਸਟ ਇੰਟੈਂਜੀਬਲ ਐਸੈਟਸ, ਜਿਨ੍ਹਾਂ ਨੂੰ ਤੁਸੀਂ ਟੱਚ ਸੀ ਨਹੀਂ ਕਰ ਸਕਦੇ। ਇੰਟੈਂਜੀਬਲ ਹੈ ਜਿਨ੍ਹਾਂ ਦੀ ਇੱਕ ਵੈਲਿਊ ਹੁੰਦੀ ਹੈ ਜਸਟ, ਪਰ ਆਪਾਂ ਉਹਨੂੰ ਦੇਖ ਨਹੀਂ ਸਕਦੇ। ਇੰਟੈਂਜੀਬਲ ਆ ਗਈਆਂ ਲਾਈਕ ਗੁੱਡਵਿਲ। ਜਿਵੇਂ ਹੁਣ ਕੋਈ ਬਿਜ਼ਨਸ ਹੈ, ਜੇ ਉਹਨੇ ਬਹੁਤ ਵਧੀਆ ਗੁੱਡਵਿਲ ਕਮਾਈ ਹੈ, ਬਹੁਤ ਵਧੀਆ ਹਾਰਡ ਵਰਕ ਕਰਕੇ, ਤਾਂ ਉਹਦੀ ਇੱਕ ਇੰਟੈਂਜੀਬਲ ਐਸੈਟ ਹੈ, ਕਿਉਂਕਿ ਤੁਸੀਂ ਉਹਨੂੰ ਦੇਖ ਨਹੀਂ ਸਕੋਗੇ, ਉਹ ਜਸਟ ਤੁਸੀਂ ਫੀਲ ਕਰ ਸਕਦੇ ਹੋ ਵੀ ਹਾਂ ਇੱਕ ਰੈਪੂਟੇਟਡ ਬਿਜ਼ਨਸ ਹੈ। ਜਿਵੇਂ ਸੈਮਸੰਗ ਔਰ ਆਈਫੋਨ। ਸੈਮਸੰਗ ਆਈਫੋਨ ਇਹ ਹੈ ਵੀ ਉਹਨਾਂ ਨੇ ਇੱਕ ਨਾਮ ਕਮਾਇਆ ਹੋਇਆ, ਉਹਨਾਂ ਦਾ ਇੱਕ ਨਾਮ ਬਣ ਗਿਆ ਮਾਰਕੀਟ ਦੇ ਵਿੱਚ, ਸਾਰੇ ਹੁਣ ਉਹਨਾਂ ਦੇ ਨਾਮ ਤੋਂ ਜਾਣਦੇ ਆ ਵੀ ਹਾਂ ਸੈਮਸੰਗ ਦਾ ਪ੍ਰੋਡਕਟ ਹੈ ਔਰ ਐਪਲ ਦਾ ਪ੍ਰੋਡਕਟ ਹੈ। ਲਾਈਕ ਕਾਪੀਰਾਈਟ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਤਾਂ ਆਪਾਂ ਉਹਦੇ 'ਤੇ ਆਪਦਾ ਰਾਈਟ ਲੈਂਦੇ ਹਾਂ। ਮਤਲਬ ਕੋਈ ਵੀ ਤੁਸੀਂ ਪ੍ਰੋਡਕਟ ਬਣਾਉਂਦੇ ਹੋ ਜਾਂ ਕੋਈ ਵੀ ਕਿਸੇ ਵੀ ਕੰਮ ਚਲਾ ਸਕਦੇ ਹੋ। ਜਿਵੇਂ ਕੋਈ ਬੁੱਕ ਹੈ, ਬੁੱਕ ਦੇ ਜਦੋਂ ਆਪਾਂ ਕੋਈ ਪ੍ਰਿੰਟ ਕਰਾਉਂਦੇ ਹਾਂ ਤਾਂ ਉਹਦੇ ਉੱਪਰ ਆਪਾਂ ਆਪਦਾ ਸਪੈਸ਼ਲ ਨੇਮ ਟੈਗ ਕਰਵਾਉਂਦੇ ਹੋ ਇੱਕ ਹਾਈਲਾਈਟਡ ਫਾਰਮ ਦੇ ਵਿੱਚ, ਉਹ ਇੱਕ ਕਾਪੀਰਾਈਟ ਹੈ ਵੀ ਤੁਸੀਂ ਆਪਦੀ ਚੀਜ਼ ਦਾ ਕਾਪੀਰਾਈਟ ਲਿਆ, ਵੀ ਤੁਹਾਡੇ ਤੋਂ ਬਿਨਾਂ ਉਸ ਚੀਜ਼ ਨੂੰ ਹੋਰ ਕੋਈ ਨਹੀਂ ਯੂਜ਼ ਕਰ ਪਾਊਗਾ। ਟ੍ਰੇਡਮਾਰਕ ਹੁੰਦਾ ਜਦੋਂ ਤੁਸੀਂ ਆਪਦੇ ਟ੍ਰੇਡ ਨੇਮ, ਜਿਵੇਂ ਸਪੋਜ਼ ਮੇਰਾ ਸੈਮਸੰਗ ਹੈ, ਸੈਮਸੰਗ ਇੱਕ ਟ੍ਰੇਡ ਨੇਮ ਹੈ, ਮਤਲਬ ਉਹਦਾ ਇੱਕ ਵਪਾਰਿਕ ਨਾਮ ਹੈ ਸੈਮਸੰਗ, ਤਾਂ ਉਹਨੇ ਆਪਦੇ ਨਾਮ 'ਤੇ ਇੱਕ ਮਾਰਕ ਕਰਾਇਆ ਹੋਇਆ ਵੀ ਸੈਮਸੰਗ ਨੂੰ ਸੈਮਸੰਗ ਵਾਲੇ ਯੂਜ਼ ਕਰ ਸਕਦੇ ਆ, ਜਾਂ ਉਹਨਾਂ ਪ੍ਰੋਡਕਟ 'ਤੇ ਹੀ ਇਹਦਾ ਨਾਮ ਆ ਸਕਦਾ, ਹੋਰ ਕੋਈ ਇਲੀਗਲ ਪਰਸਨ ਉਹਨੂੰ ਯੂਜ਼ ਨਹੀਂ ਕਰ ਸਕੂਗਾ। ਤਾਂ ਉਹ ਸਾਰਾ ਹੈਗਾ ਗੁੱਡਵਿਲ ਕਾਪੀਰਾਈਟ, ਕਿਉਂਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਟੱਚ ਸੀਨ ਤਾਂ ਕਰ ਨਹੀਂ ਸਕਦੇ। ਇੱਕ ਕੰਟਰੈਕਟ ਬੇਸਿਸ ਥਿੰਗਸ ਹੈ, ਮਤਲਬ ਕਿ ਆਫਟਰ 5 ਈਅਰ ਤੱਕ ਇਹਦਾ ਲਾਇਸੈਂਸ ਤੁਹਾਨੂੰ ਮਿਲਦਾ ਅਤੇ 5 ਈਅਰ ਬਾਅਦ ਤੁਸੀਂ ਫਿਰ ਉਹਨੂੰ ਰੀਨਿਊ ਕਰਵਾਉਂਦੇ ਰਹਿੰਦੇ ਹੋ। ਨੈਕਸਟ ਟਰਮ ਇਜ਼ ਐਕਸਪੈਂਡੀਚਰ। ਐਕਸਪੈਂਡੀਚਰ ਮੀਨਸ ਖਰਚੇ। ਜੋ ਵੀ ਤੁਸੀਂ ਬਿਜ਼ਨਸ ਦੇ ਵਿੱਚ ਕੋਈ ਵੀ ਖਰਚੇ ਕਰਦੇ ਹੋ, ਕੋਈ ਚੀਜ਼ ਖਰੀਦਣ ਲਈ ਜਾਂ ਕੋਈ ਐਕਸਪੈਂਸਿਸ ਪੇ ਕਰਨ ਦੀ, ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਐਕਸਪੈਂਡੀਚਰ ਕਹਿੰਦੇ ਹਾਂ, ਜਿਹੜਾ ਵੀ ਤੁਸੀਂ ਪੈਸਾ ਬਿਜ਼ਨਸ 'ਚ ਯੂਜ਼ ਕਰੋਗੇ। ਐਕਸਪੈਂਡੀਚਰ 2 ਤਰ੍ਹਾਂ ਦਾ, ਕੈਪੀਟਲ ਅਤੇ ਰੈਵਨਿਊ। ਕੈਪੀਟਲ ਐਕਸਪੈਂਡੀਚਰ ਉਹ ਹੁੰਦਾ ਜਿਹੜਾ ਮੋਰ ਦੈਨ 1 ਈਅਰ ਵਾਸਤੇ ਹੋਊਗਾ। ਜਿਵੇਂ ਕੈਪੀਟਲ ਨੇਚਰ ਦਾ ਐਕਸਪੈਂਡੀਚਰ ਹੈ, ਜਿਵੇਂ ਕਿ ਕੋਈ ਐਸਟ ਖਰੀਦੀ ਹੈ, ਜੇ ਤੁਸੀਂ ਮਸ਼ੀਨਰੀ ਖਰੀਦੀ 1 ਲੱਖ ਦੀ, ਤਾਂ ਐਵੇਂ ਤਾਂ ਹੈ ਨਹੀਂ ਵੀ ਹੁਣ ਤੁਸੀਂ ਉਹ ਡੇਲੀ 1 ਲੱਖ ਦੀ ਮਸ਼ੀਨ ਖਰੀਦੋਗੇ, ਤਾਂ ਓਬਵੀਅਸ ਆ ਉਹ ਕੋਈ ਸਾਲ ਬਾਅਦ 2 ਸਾਲਾਂ ਬਾਅਦ ਤੁਸੀਂ ਉਹਨਾਂ ਪੈਸਾ ਇਨਵੈਸਟ ਕਰੋਗੇ। ਤਾਂ ਉਹ ਕੈਪੀਟਲ ਨੇਚਰ ਦਾ ਖਰਚਾ ਹੈ ਵੀ ਜਿਹੜਾ ਤੁਸੀਂ ਕਦੇ ਕਦੇ ਕਰਦੇ ਹੋ, ਮਤਲਬ ਕਿ ਨੋਨ ਰੈਕਰਿੰਗ ਨੇਚਰ ਦਾ, ਡੇਲੀ ਬੇਸਿਸ 'ਤੇ ਖਰਚਾ ਨਹੀਂ ਹੋ ਸਕਦਾ, ਰਿਪੀਟਡ ਬੇਸਿਸ 'ਤੇ ਨਹੀਂ ਹੋ ਸਕਦਾ। ਤੁਸੀਂ ਉਹ ਖਰਚੇ ਨੂੰ ਕਦੇ ਕਰੋਗੇ, ਮਤਲਬ ਆਫਟਰ 6 ਮੰਥ, ਆਫਟਰ 1 ਈਅਰ ਇਹ ਵਾਲਾ ਖਰਚਾ ਕੀਤਾ ਜਾਊਗਾ, ਤਾਂ ਉਹਨੂੰ ਕੈਪੀਟਲ ਐਕਸਪੈਂਡੀਚਰ ਬੋਲਦੇ ਆ। ਰੈਵਨਿਊ ਐਕਸਪੈਂਡੀਚਰ ਉਹ ਹੁੰਦਾ ਜਿਹੜਾ ਵਿਦਿਨ 1 ਈਅਰ, ਮਤਲਬ ਉਹ ਵਾਲਾ ਖਰਚਾ ਜਿਹੜਾ ਹੁੰਦਾ ਹੀ ਰਹਿੰਦਾ। ਜਿਵੇਂ ਹੁਣ ਸੈਲਰੀ ਹੈ, ਸੈਲਰੀ ਮੰਥਲੀ ਪੇ ਕਰਨੀ ਹੀ ਪੈਂਦੀ ਹੈ, ਤਾਂ ਉਹ ਤੁਹਾਡਾ ਰੈਵਨਿਊ ਐਕਸਪੈਂਡੀਚਰ ਹੈ ਜਿਹੜਾ ਤੁਹਾਨੂੰ ਕਰਨਾ ਹੀ ਪੈਂਦਾ। ਨੈਕਸਟ ਜਿਵੇਂ ਰੈਂਟ ਹੈ, ਰੈਂਟ ਵੀ ਹੁਣ ਮੰਥਲੀ ਬੇਸਿਸ 'ਤੇ ਆ। ਕੋਈ ਇਲੈਕਟ੍ਰੀਸਿਟੀ ਬਿੱਲ ਆ, ਉਹ ਵੀ 2 ਮੰਥਸ ਬਾਅਦ ਤੁਹਾਨੂੰ ਆ ਜਾਂਦਾ, ਤਾਂ ਉਹ ਰੈਵਨਿਊ ਐਕਸਪੈਂਡੀਚਰ ਹੈ ਵੀ ਜਿਹੜੇ ਤੁਹਾਨੂੰ ਕਰਨੇ ਹੀ ਪੈਂਦੇ ਆ ਵਿਦਿਨ 1 ਈਅਰ। ਨੰਬਰ ਆਫ ਟਾਈਮਸ ਤੁਸੀਂ ਉਹ ਐਕਸਪੈਂਡੀਚਰਸ ਨੂੰ ਕਰਦੇ ਹੋ, ਅਤੇ ਇੱਕ ਰਿਪੀਟਡ ਨੇਚਰ 'ਚ ਹੈ ਵੀ ਉਹ ਹੁੰਦੇ ਹੀ ਰਹਿੰਦੇ ਆ। ਨੈਕਸਟ ਆ ਗਿਆ ਐਕਸਪੈਂਸਿਸ ਲਾਈਕ ਸੇਮ ਐਜ਼ ਐਕਸਪੈਂਡੀਚਰ। ਐਕਸਪੈਂਸਿਸ ਔਰ ਕੋਸਟ। ਐਕਸਪੈਂਸਿਸ ਜਿਵੇਂ ਕੋਈ ਵੀ ਆਪਾਂ ਕੋਈ ਚੀਜ਼ ਕੰਜ਼ਿਊਮ ਕੀਤੀ ਹੈ, ਤਾਂ ਉਹ
ਕੰਜ਼ਿਊਮਡ ਕਰਦੇ ਹਾਂ ਡਿਊਰਿੰਗ ਦਾ ਈਅਰ, ਉਹ 'ਤੇ ਜਿਹੜਾ ਤੁਸੀਂ ਖਰਚਾ ਕਰਦੇ ਹੋ ਉਹ ਤੁਹਾਡਾ ਐਕਸਪੈਂਸ ਹੈ। ਜਿਵੇਂ ਕਿ ਆਪਣਾ ਡੇਲੀ ਬੇਸਿਸ 'ਚ ਜੋ ਵੀ ਤੁਸੀਂ ਚੀਜ਼ਾਂ ਖਰੀਦਦੇ ਹੋ ਤਾਂ ਉਹ ਤੁਹਾਡੇ ਸਾਰੇ ਖਰਚੇ ਹੈ ਵੀ ਤੁਸੀਂ ਉਹ ਐਕਸਪੈਂਸ ਕਰ ਰਹੇ ਹੋ, ਜਿਵੇਂ ਕਲੋਥਸ ਵਗੈਰਾ, ਖਾਣ ਪੀਣ 'ਤੇ, ਤਾਂ ਉਹ ਸਾਰੇ ਐਕਸਪੈਂਸ ਹੈ। ਬਿਜ਼ਨਸ ਦੀ ਟਰਮ 'ਚ ਐਕਸਪੈਂਸ ਹੈਗੇ, ਜਿਵੇਂ ਤੁਸੀਂ ਕੋਈ ਸੈਲਰੀ ਪੇ ਕਰਤੀ, ਰੈਂਟ ਪੇ ਕਰਤਾ, ਵੇਜਿਸ ਪੇ ਕਰਤੀਆਂ, ਉਹ ਤੁਸੀਂ ਤਾਂ ਹੀ ਪੇ ਕਰੋਗੇ ਕਿਉਂਕਿ ਉਹਦੇ ਬਦਲੇ ਤੁਸੀਂ ਕੋਈ ਕੰਮ ਕਰਵਾ ਰਹੇ ਹੋ। ਜਿਵੇਂ ਸੈਲਰੀ ਤਾਂ ਤੁਸੀਂ ਇੰਪਲਾਈਜ਼ ਨੂੰ ਯੂਜ਼ ਕਰ ਰਹੇ ਹੋ, ਉਹਨਾਂ ਤੋਂ ਤੁਸੀਂ ਕੰਮ ਕਰਵਾ ਰਹੇ ਹੋ ਤਾਂ ਸੈਲਰੀ ਦੇਣੀ ਪਊਗੀ। ਰੈਂਟ ਮਤਲਬ ਤੁਸੀਂ ਉਹ ਬਿਲਡਿੰਗ ਨੂੰ ਯੂਜ਼ ਕਰ ਰਹੇ ਹੋ, ਕੰਜ਼ਿਊਮ ਕਰ ਰਹੇ ਹੋ, ਤਾਂ ਉਹਦੇ ਬਦਲੇ ਤੁਹਾਨੂੰ ਰੈਂਟ ਵੀ ਦੇਣਾ ਹੀ ਪਊਗਾ। ਸੈਲਰੀ, ਵੇਜਿਸ ਸੇਮ ਮੀਨਿੰਗ। ਨੈਕਸਟ ਇਨਕਮ ਮਤਲਬ ਜਿਹੜਾ ਵੀ ਤੁਹਾਨੂੰ ਪੈਸਾ ਬਚ ਜਾਂਦਾ ਹੈ, ਜਿਵੇਂ ਆਪਾਂ ਬਿਜ਼ਨਸ ਵਿੱਚ ਕੰਮ ਕਾਹਦੇ ਲਈ ਕਰਦੇ ਹਾਂ, ਪੈਸਾ ਕਮਾਉਣ ਲਈ, ਤਾਂ ਜੋ ਵੀ ਤੁਸੀਂ ਨੈਟਵਰਥ ਬਿਜ਼ਨਸ ਜਾਂ ਬਿਜ਼ਨਸ ਦੀਆਂ ਐਕਟੀਵਿਟੀਜ਼ 'ਚੋਂ ਜਾਂ ਨੋਨ ਬਿਜ਼ਨਸ ਦੀਆਂ ਐਕਟੀਵਿਟੀਜ਼ 'ਚ ਜੋ ਵੀ ਤੁਸੀਂ ਪੈਸਾ ਬਚਾਉਂਦੇ ਹੋ ਉਹਨੂੰ ਤੁਸੀਂ ਇਨਕਮ ਬੋਲਦੇ ਹੋ। ਜਿਵੇਂ ਬਿਜ਼ਨਸ 'ਚ ਕੋਈ ਕੰਮ ਕੀਤਾ ਤਾਂ ਉਹਦੇ ਤੋਂ ਜੋ ਵੀ ਮੈਨੂੰ ਪੈਸਾ ਬਚ ਗਿਆ ਉਹ ਮੇਰੀ ਇਨਕਮ ਹੈ। ਪ੍ਰੋਫਿਟ ਵੀ ਤੁਹਾਡੀ ਇਨਕਮ ਦਾ ਹੀ ਪਾਰਟ ਹੁੰਦੇ ਹੈ। ਨੈਕਸਟ 9th ਇਜ਼ ਪ੍ਰੋਫਿਟ ਹੁੰਦੀ ਹੈ ਜਦੋਂ ਤੁਹਾਡੀ ਇਨਕਮ ਐਕਸਪੈਂਸਿਸ ਤੋਂ ਵੱਧ ਜਾਂਦੇ ਆ, ਅਤੇ ਜਿੰਨਾ ਵੀ ਪੈਸਾ ਤੁਹਾਨੂੰ ਬਚੂਗਾ ਉਹ ਤੁਹਾਡੇ ਪ੍ਰੋਫਿਟਸ ਹੋਣੇ। 10th ਟਰਮ ਹੈ ਗੇਨ ਹੁੰਦਾ ਜਿਵੇਂ ਆਪਾਂ ਪ੍ਰੋਫਿਟ ਤਾਂ ਆਪਣਾ ਜਿਹੜਾ ਨੋਰਮਲ ਕੋਰਸ ਆਫ ਬਿਜ਼ਨਸ ਹੈ, ਜਿਵੇਂ ਡੇਲੀ ਬੇਸਿਸ, ਮੰਥਲੀ ਬੇਸਿਸ 'ਤੇ ਲਾ ਲਓ ਵੀ ਇੱਕ ਮੰਥ 'ਚ ਤੁਹਾਨੂੰ ਇੰਨਾ ਪ੍ਰੋਫਿਟ ਹੋਇਆ, ਇੱਕ ਸਾਲ 'ਚ ਤੁਹਾਨੂੰ ਇੰਨਾ ਪ੍ਰੋਫਿਟ ਹੋਇਆ, ਉਹ ਤੁਹਾਡਾ ਜਿਹੜਾ ਨੋਰਮਲ ਕੋਰਸ 'ਚ ਹੈ ਉਹਨੂੰ ਪ੍ਰੋਫਿਟ ਕਹਿੰਦੇ ਆ। ਗੇਨ ਉਹ ਹੁੰਦਾ ਵੀ ਜਿਹਦਾ ਤੁਹਾਨੂੰ ਪਤਾ ਨਹੀਂ ਹੁੰਦਾ ਪਰ ਉਹ ਵਾਲੀ ਤੁਸੀਂ ਐਕਟੀਵਿਟੀ ਕਰਨ ਤੋਂ ਤੁਹਾਨੂੰ ਜਿਵੇਂ ਪ੍ਰੋਫਿਟ ਹੋਵੇ। ਜਿਵੇਂ ਕੋਈ ਐਸੈਟ ਹੈ, ਹੁਣ ਜਿਵੇਂ ਤੁਸੀਂ ਪਹਿਲਾਂ 5 ਸਾਲ ਪਹਿਲਾਂ ਕੋਈ ਚੀਜ਼ ਖਰੀਦੀ ਸੀਗੀ, ਅੱਜ ਤੁਸੀਂ ਉਹਨੂੰ ਸੇਲ ਕੀਤਾ ਤਾਂ ਉਹ 'ਚ ਤੁਹਾਨੂੰ ਪੈਸੇ ਬਚ ਗਏ, ਤਾਂ ਉਹ ਤੁਹਾਨੂੰ ਪ੍ਰੋਫਿਟ ਹੋ ਗਿਆ। ਤਾਂ ਉਹ ਹੁਣ ਦੇਖੋ ਪ੍ਰੋਫਿਟ ਡੇਲੀ ਨਹੀਂ ਹੋਇਆ, ਉਹ ਤੁਹਾਨੂੰ 5 ਸਾਲਾਂ ਬਾਅਦ ਪ੍ਰੋਫਿਟ ਹੋਇਆ, ਮਤਲਬ ਇਰੈਗੂਲਰ ਹੈ, ਕੋਈ ਰੈਗੂਲਰ ਨੇਚਰ ਦਾ ਨਹੀਂ ਹੈਗਾ। ਤਾਂ ਜਿਵੇਂ ਸਪੋਜ਼ ਪਹਿਲਾਂ ਤੁਸੀਂ ਕੋਈ 4 ਲੱਖ ਦੀ ਚੀਜ਼ ਖਰੀਦੀ ਸੀਗੀ, ਹੁਣ ਤੁਸੀਂ ਉਹਨੂੰ ਸੇਲ ਕੀਤਾ ਤਾਂ ਉਹਦੀ ਵੈਲਿਊ 4,50,000 ਹੋ ਗਈ, ਤਾਂ 50,000 ਤੁਹਾਨੂੰ ਪੈਸਾ ਬਚ ਗਿਆ, ਤਾਂ ਉਹ ਤੁਹਾਡਾ ਗੇਨ ਹੈ। ਇਹ ਥੋੜ੍ਹਾ ਜਿਹਾ ਡਿਫਰੈਂਸ ਹੀ ਹੈ ਗੇਨ ਅਤੇ ਪ੍ਰੋਫਿਟ ਦੇ ਵਿੱਚ। ਨੈਕਸਟ ਹੈ 11th ਲੋਸ ਮਤਲਬ ਜੋ ਵੀ ਤੁਹਾਨੂੰ ਡੈਮੇਜ ਹੁੰਦਾ ਬਿਜ਼ਨਸ ਦੇ ਵਿੱਚ, ਜੋ ਵੀ ਤੁਹਾਨੂੰ ਘਾਟਾ ਪੈ ਰਿਹਾ, ਜਿਹੜਾ ਅਨਵਾਂਟਡ ਬਰਡਨ ਆ, ਮਤਲਬ ਤੁਸੀਂ ਇਹ ਚੀਜ਼ ਨੂੰ ਕੋਈ ਵੀ ਪਰਸਨ ਨਹੀਂ ਬਰਦਾਸ਼ਤ ਕਰੂਗਾ, ਕੋਈ ਵੀ ਪਰਸਨ ਨਹੀਂ ਚਾਹੁੰਦਾ ਵੀ ਉਹਨੂੰ ਲਾਈਫ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਲੋਸ ਹੋਵੇ। ਤਾਂ ਲੋਸ ਵੀ 2 ਤਰ੍ਹਾਂ ਦਾ, ਨਾਰਮਲ ਅਤੇ ਅਬਨੋਰਮਲ। ਜਿਵੇਂ ਨਾਰਮਲ ਜਿਹੜਾ ਲੋਸ ਹੋਣਾ ਹੀ ਹੋਣਾ, ਹੁਣ ਜਿਵੇਂ ਕੋਈ ਚੀਜ਼ ਲੀਕ ਕਰਦੀ ਹੈ ਤਾਂ ਮਤਲਬ ਉਹ ਲੀਕ ਜੇ ਹੋਣਾ ਤਾਂ ਉਹ ਲੀਕੇਜ ਹੋਣੀ ਹੀ ਹੋਣੀ ਹੈ। ਲੀਕੇਜ ਜਿਵੇਂ ਆਪਾਂ ਮਤਲਬ ਕੋਈ ਸਪੋਜ਼ ਕਰੋ ਕੋਈ ਆਇਲ ਵਗੈਰਾ ਹੈ, ਜਾਂ ਜਿਵੇਂ ਆਪਾਂ ਕਹਿੰਦੇ ਹਾਂ ਜਿਵੇਂ ਆਇਲ ਆਪਾਂ ਖਾਣਾ ਦੇ ਵਿੱਚ ਜਦੋਂ ਕੋਲਾ ਜਾਂ ਤੇਲ ਨੂੰ ਕੱਢਿਆ ਜਾਂਦਾ ਹੈ ਤਾਂ ਉਹ ਪ੍ਰੋਪਰ ਮਾਤਰਾ 'ਚ ਨਹੀਂ ਨਿਕਲਦਾ, ਉਹਦੇ ਵਿੱਚ ਥੋੜ੍ਹਾ ਬਹੁਤ ਰਹਿ ਹੀ ਜਾਂਦਾ। ਜਿਵੇਂ ਕੋਲੇ ਦੀ ਥੋੜ੍ਹੀ ਬਹੁਤ ਵੇਸਟੇਜ ਹੁੰਦੀ ਆ, ਆਇਲ ਦੀ ਥੋੜ੍ਹੀ ਬਹੁਤ ਵੇਸਟੇਜ ਹੁੰਦੀ ਹੈ, ਤਾਂ ਉਹ ਇੱਕ ਨੋਰਮਲ ਲੋਸ ਹੈ ਵੀ ਇਹ ਲੋਸ ਨੇ ਤਾਂ ਹੋਣਾ ਹੀ ਹੋਣਾ, ਥੋੜ੍ਹਾ ਬਹੁਤ ਜਿਵੇਂ ਡੁੱਲ ਜਾਂਦੀ ਹੈ ਚੀਜ਼, ਤਾਂ ਉਹ ਇੱਕ ਨੋਰਮਲ ਟਾਈਪ ਆਫ ਲੋਸ ਹੈ। ਅਬਨੋਰਮਲ ਜਿਹਦੇ ਬਾਰੇ ਤੁਹਾਨੂੰ ਐਡਵਾਂਸ 'ਚ ਕੁਛ ਨਹੀਂ ਪਤਾ। ਅਬਨੋਰਮਲ ਜਿਵੇਂ ਚੋਰੀ ਹੋ ਜਾਂਦੀ ਹੈ ਬਿਜ਼ਨਸ ਦੇ ਵਿੱਚ, ਕੋਈ ਹੜ੍ਹ ਆ ਜਾਂਦੇ ਆ ਜਿਹਨਾਂ ਤੁਹਾਡੇ ਬਿਜ਼ਨਸ ਦੀ ਬਿਲਡਿੰਗ 'ਤੇ ਇਫੈਕਟ ਪੈਂਦਾ ਜਾਂ ਕੰਮ 'ਤੇ ਇਫੈਕਟ ਪੈਂਦਾ, ਅੱਗ ਲੱਗ ਜਾਂਦੀ ਹੈ ਬਿਜ਼ਨਸ ਦੇ ਵਿੱਚ, ਉਹ ਸਾਰੇ ਅਬਨੋਰਮਲ ਲੋਸਿਸ ਹੈ ਜਿਨ੍ਹਾਂ 'ਤੇ ਤੁਹਾਡਾ ਕੰਟਰੋਲ ਘੱਟ ਹੁੰਦਾ ਤਾਂ ਤੁਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ। ਨੈਕਸਟ ਹੈ 12th ਟਰਮ ਪਰਚੇਜ਼ ਹੁੰਦਾ ਖਰੀਦਣਾ। ਜਦੋਂ ਵੀ ਤੁਸੀਂ ਬਿਜ਼ਨਸ 'ਚ ਕੋਈ ਕੰਮ ਕਰਦੇ ਹੋ ਤਾਂ ਹਮੇਸ਼ਾ ਜਦੋਂ ਤੁਸੀਂ ਕੋਈ ਚੀਜ਼ ਬਣਾਓਗੇ ਤਾਂ ਚੀਜ਼ ਬਣਾਉਣ ਵਾਸਤੇ ਤੁਹਾਨੂੰ ਬਹੁਤ ਸਾਰੇ ਪ੍ਰੋਡਕਟ ਚਾਹੀਦੇ ਹੈ। ਜਿਵੇਂ ਸਪੋਜ਼ ਕਰੋ ਤੁਸੀਂ ਕੱਪੜਾ ਬਣਾ ਰਹੇ ਹੋ, ਕੱਪੜੇ ਲਈ ਤੁਹਾਨੂੰ ਕਾਟਨ ਚਾਹੀਦੀ ਹੈ, ਉਹਦੇ ਕਲਰਿੰਗ ਕਰਨ ਵਾਸਤੇ ਚਾਹੀਦਾ ਹੈ, ਨੈਕਸਟ ਤੁਹਾਨੂੰ ਮਸ਼ੀਨਸ ਚਾਹੀਦੀਆਂ, ਤਾਂ ਜੋ ਵੀ ਇਹ ਸਾਰੇ ਰॉ ਮਟੀਰੀਅਲਸ ਚਾਹੀਦੇ ਆ ਉਹਨੂੰ ਜਦੋਂ ਤੁਸੀਂ ਖਰੀਦਦੇ ਹੋ ਤਾਂ ਉਹ ਪਰਚੇਜ਼ ਅਖਵਾਉਂਦਾ। ਹਮੇਸ਼ਾ ਜਦੋਂ ਤੁਸੀਂ ਗੁਡਸ ਨੂੰ ਪਰਚੇਜ਼ ਕਰਦੇ ਹੋ, ਫਸਟਲੀ ਆਈ ਡਿਸਕਸ ਦਾ ਗੁਡਸ ਉਹ ਵਾਲੇ ਆਰਟੀਕਲਸ ਹੁੰਦੇ ਆ ਜਿਵੇਂ ਰॉ ਫੈਕਟਰਸ, ਜਿਵੇਂ ਕਿ ਮਤਲਬ ਕਿ ਕੋਈ ਸਪੇਅਰ ਪਾਰਟਸ ਕਹਿ ਸਕਦੇ ਹਾਂ, ਜਿਵੇਂ ਨਟ ਬੋਲਟਸ ਹੁੰਦੇ ਆ, ਟੂਲਸ ਹੁੰਦੇ ਆ, ਜਿਵੇਂ ਨਟ ਹੈ ਜਾਂ ਕੋਈ ਆਪਾਂ ਨਿੱਕੀਆਂ ਚੀਜ਼ਾਂ ਯੂਜ਼ ਕਰਦੇ ਹਾਂ ਜਿਵੇਂ ਗਰੀਸ ਦਿੰਦੇ ਹਾਂ, ਤਾਂ ਜਾਂ ਜਿਵੇਂ ਆਪਾਂ ਰॉ ਮਟੀਰੀਅਲ ਯੂਜ਼ ਕਰਦੇ ਹਾਂ, ਜਿਵੇਂ ਆਪਾਂ ਕੋਈ ਪ੍ਰੋਡਕਟ ਬਣਾ ਰਹੇ ਹਾਂ ਤਾਂ ਉਹਦੇ ਵਾਸਤੇ ਤੁਹਾਨੂੰ ਜਿਹੜਾ ਕੱਚਾ ਮਾਲ ਚਾਹੀਦਾ ਹੁੰਦਾ, ਉਹ ਸਾਰੀਆਂ ਤੁਹਾਡੀਆਂ ਗੁਡਸ ਹੈ। ਇਹ ਆਰਟੀਕਲਸ ਗੁਡਸ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਚੀਜ਼ ਨੂੰ ਬਣਾਉਣ 'ਚ ਹੈਲਪ ਕਰਦੀਆਂ, ਕਿਉਂਕਿ ਜੇ ਤੁਹਾਡੇ ਕੋਲ ਕੱਚਾ ਮਾਲ ਨਹੀਂ ਹੈਗਾ ਤਾਂ ਤੁਸੀਂ ਫਿਨਿਸ਼ਡ ਪ੍ਰੋਡਕਟ ਕਿਵੇਂ ਬਣਾਓਗੇ, ਜੇ ਤੁਹਾਡੇ ਕੋਲ ਕਾਟਨ ਨਹੀਂ ਹੈਗੀ ਤਾਂ ਤੁਸੀਂ ਕੱਪੜਾ ਕਿਵੇਂ ਬਣਾਓਗੇ। ਤਾਂ ਗੁਡਸ ਉਹ ਵਾਲੇ ਆਰਟੀਕਲਸ ਹੈ ਜਿਹੜੇ ਤੁਹਾਨੂੰ ਫਾਈਨਲ ਪ੍ਰੋਡਕਟ ਬਣਾਉਣ ਵਿੱਚ ਹੈਲਪ ਕਰਨਗੇ। ਤਾਂ ਉਸੇ ਤਰ੍ਹਾਂ ਜਦੋਂ ਆਪਾਂ ਗੁਡਸ ਨੂੰ ਪਰਚੇਜ਼ ਕਰਦੇ ਹਾਂ ਤਾਂ ਗੁਡਸ ਨੂੰ ਖਰੀਦਦੇ ਹਾਂ ਤਾਂ ਉਦੋਂ ਆਪਾਂ ਉਸ ਵਰਡ ਨੂੰ ਪਰਚੇਜ਼ ਕਹਿੰਦੇ ਹਾਂ। ਪਰ ਇੱਥੇ ਜੇ ਤੁਸੀਂ ਕੋਈ ਐਸਟ ਖਰੀਦਦੇ ਹੋ, ਜਿਵੇਂ ਮੈਂ ਕੋਈ ਮਸ਼ੀਨ ਖਰੀਦੀ ਹੈ ਜਾਂ ਮੈਂ ਕੋਈ ਫਰਨੀਚਰ ਖਰੀਦਿਆ, ਉਦੋਂ ਮੈਂ ਪਰਚੇਜ਼ ਨਹੀਂ ਲਿਖੂੰਗੀ, ਉਦੋਂ ਮੈਂ ਮਸ਼ੀਨ 'ਤੇ ਜਾਂ ਫਰਨੀਚਰ ਹੀ ਲਿਖੂੰਗੀ ਜਿਹੜੀ ਚੀਜ਼ ਮੈਂ ਖਰੀਦੀ ਆ। ਜੇ ਤੁਸੀਂ ਚੀਜ਼ਾਂ ਖਰੀਦੀਆਂ ਮਤਲਬ ਹੁਣ ਇਹਨਾਂ ਰॉ ਮਟੀਰੀਅਲ ਵਗੈਰਾ ਦਾ ਨਾਮ ਨਹੀਂ ਲਿਖਾਂਗੇ, ਉੱਥੇ ਆਪਾਂ ਗੁਡਸ ਲਿਖਾਂਗੇ ਅਤੇ ਗੁਡਸ ਨੂੰ ਆਪਾਂ ਪਰਚੇਜ਼ ਲਿਖਾਂਗੇ। ਤਾਂ ਜਦੋਂ ਆਪਾਂ ਕੋਈ ਚੀਜ਼ ਖਰੀਦਾਂਗੇ ਲਾਈਕ ਜਿਵੇਂ ਕੋਈ ਐਸਟ ਖਰੀਦਾਂਗੇ ਤਾਂ ਉਦੋਂ ਮੈਂ ਐਸਟ ਦਾ ਨਾਮ ਯੂਜ਼ ਕਰੂੰਗੀ।
ठीक है। इस तरह 13th है सेल जो आप कोई चीज़ों वेचते हैं, हम सेल किसी भी तरीके की हो सकती है, कैश से भी क्रेडिट से भी। जो तो थोड़ा नाल दी नाल बंदे ने पैसे पे करते तो तुसी कैश सेल करती। जो उन्हें कोई अगे मतलब आधार पर ट्रांजैक्शन कर ली भी, वो कहता मैं थोड़ा बाद पैसे दे के जाऊँगा, तो वो थोड़ी होगी सेल ऑन क्रेडिट, आधार वाली सेल। ठीक है। नैक्सट 15th टर्म है स्टॉक। स्टॉक वो वाली चीज़ होंगी है जिमें आप बिजनेस के बहुत सारी प्रोडक्शन करके रखते हैं, तो जोड़ा स्टॉक है तुसी हजे तक सेल नहीं कर पाई, अनसोल्ड स्टॉक है, उन्होंने स्टॉक बोलते हैं। जिमें हुण आप एग्जाम्पल लीए तो जिमें सर्दी वाले क्लोथ्स बनाए जाते हैं, ਹੁਣ ਸਾਰੇ क्लोथ सर्दी सेल नहीं होंगी, कुछ क्लोथ्स है ਜਿਹੜੇ बच जाते हैं, तो वह की बन जाता वो पर्टिकुलर बिजनेस है उसका अनसोल्ड स्टॉक, मतलब उन्होंने स्टॉक बोलते हैं। तो जो भी नैक्सट सीजन आऊगा, मतलब नैक्सट ईयर की जो भी सर्दी आऊगी, तो सब तो पहला वो जो पुराना वाला स्टॉक है उन्होंने सेल करनगे, नैक्सट वो नवी प्रोडक्शन करनगे। जिमें एग्जाम्पल है भी आप 100 आइटम्स बनाई उस चों, जिमें सपोज करो 100 जर्सीज़ की ला लो, 100 जर्सीज़ तुसी बनाई उस मैं 80 जर्सीज़ तो सेल करती, पर 20 जर्सीज़ हजे भी लैफ्ट है, बच गई, तो वो मेरा की बन गया स्टॉक, क्योंकि उन्हें मैं इस साल सेल नहीं कर पाई। हुण जो नैक्सट सीजन मतलब सर्दी आऊगी तो पहला मैं आ वाली 20 जर्सीज़ नूं सेल करूँगी, फिर मैं अकॉर्डिंग टू मतलब नीड्स ऑफ कस्टमर दी नीड्स के हिसाब नाल नैक्सट ईयर मैं होर प्रोडक्शन करूँगी जी सूटेबल होगी। तो इस तरह ही जो 1 साल का क्लोजिंग स्टॉक है, जिवें हुण आ मेरे इस साल 2009 च मेरा क्लोजिंग स्टॉक है, जो अगला साल शुरू होगा तो ये मेरा ओपनिंग स्टॉक बन जूगा। मतलब मैं बिजनेस क्लोज किया 20 ते, जो मैं अगले सीजन खोलिया तो वो मैं उस चीज़ के ओपनिंग नाल खोलिया। ठीक है। नैक्सट है 16th टर्म डैटर्स। डैटर्स मीनस वो वाले परसन जिन्हों तो तुसी पैसे लेने आ, मतलब जिमें मैं बिजनेस बहुत सारिया ट्रांजैक्शन कीतियां, बहुत सारे लोगों ने मेरे नाल उधार किया होगा भी असीं तुहानूं पैसे बाद च दे के जावांगे, तो जिन्नी भी अमाउंट मेरी ड्यू पई है, मतलब पेंडिंग पई है, हजे तक मैनूं नहीं मिली, वो वाले परसनस जिहड़े भी होणगे जिन्हों तो मैं पैसे लैणे आ, उन्होंने मैं डैटर्स बोलूँगी। जिमें राम ने सेल की है गुड्स शाम को 20,000 दियाँ, हुण राम ने सेल की पर उन्होंने पैसे हजे तक नहीं मिले, तो राम ने हुण पैसे कितों लैणे आ, शाम तो शाम की बन गया डैटर राम दे लई। ठीक है। हमेशा 2 प्रोस्पैक्टिव्स होंगे अकाउंट्स के विच, एक परसन लई वो चीज़ होर होगी तो दूसरे परसन के ध्यान दे विच जां उहदे प्रोस्पैक्टिव्स दे विच वो चीज़ होर होगी। तो उवें जिवें हुण एक परसन आ तो आपां डैटर कह दिंदे जो बहुत सारे परसन है 20-25 परसन है जिन्हों तो मैं पैसे लैणे आ, तो उन्होंने मैं सैंडरी डैटर्स बोलूँगी, नंबर ऑफ परसनस। तो हमेशा डैटर अपनी एक एसट है, ओबवियस है। जो तुसी किसी तो पैसे लैणे आ तो ओबवियस वो तुहाडी एसट है, प्रॉपर्टी है भी तुसी पैसे तुहानूं पैसे मिलणगे तो तुसी पैसों नूं यूज़ कर पाओगे। नैक्सट टर्म इज़ क्रैडिटर। क्रैडिटर मतलब जो आप किसी को पैसे देने हैं, मतलब कि मैं किसी तो चीज़ तो खरीद के ले आई पर हजे तक मैं उन्होंने पैसे नहीं दिते, मतलब मैं अमाउंट इज़ ओड है, मतलब हजे मैं उन्होंने पैसे देने हैं, गिवन। नैक्सट ओबवियस है भी जो क्रैडिटर थोड़ी लाइबिलिटी है, क्योंकि तुम जिन्ना चिर पैसे पे नहीं करते उन्ना चिर थोड़ी जिम्मेवारी बनी रहूगी, तुम उस चीज़ लिए लाइबल रहोगे। तो उवें जिवें एक परसन है तो उन्होंने क्रैडिटर कहते हैं, जो ज़्यादा परसन है तो उन्होंने सैंडरी क्रैडिटर कहते हैं। एग्जाम्पल हुई सी इन्हें बी नूं चीज़ां बेचियां 40,000 दियां, तो उन्हें 2 महीनों का क्रैडिट ते बेचियां सी उधार ते, क्रैडिट ट्रांजैक्शन सी। जो ए आपदियां बुक्स विच रिकॉर्ड करूगा, हुण ए ने तो चीज़ां बेचियां तो उन्हें बी तो पैसे लैणे आ, बी तो उन्हें पैसे लैणे आ, तो मतलब कि बी उहदे लई डैटर है, एसट है। तो जो बी वेखूगा, हुण बी ने ए नूं पैसे देने आ तो बी लई की है, ए क्रैडिटर है, क्योंकि मैं मतलब बी लई वो जिम्मेवारी है भी उन्होंने ए नूं पैसे पे करने पैणगे। नैक्सट आ गई डिस्काउंट। डिस्काउंट जिमें आपां जो अपनी एक्चुअल अमाउंट के एक्चुअल प्राइस के थोड़ी बहुत थोड़ा डिडक्शन मिल जाती है, सम परसेंटेज की और सम मनी सम अमाउंट की, तो उन्होंने आपां डिस्काउंट कहने। डिस्काउंट 2 तरह का, कैश डिस्काउंट, ट्रेड डिस्काउंट। कैश डिस्काउंट जो आप कोई चीज़ खरीद के लैके आने तो अपन 5% जिमें डिस्काउंट मिल जाए तो कैश डिस्काउंट है। ट्रेड डिस्काउंट है जो बिजनेस की गल करते हैं, जो आप जो डीलरस होंगे हैं जिमें वो शॉप्स वाले है, वो फैक्ट्री तो कोई समान लैके आते हैं, तो उन्होंने जो मतलब ज़्यादा बल्क के चीज़ां परचेज करते हैं बहुत ज़्यादा, तो उन्होंने मतलब चीज़ों पर थोड़ा बहुत डिस्काउंट मिल जाता है। जिमें कि उन्हें 100 चीज़ां परचेज कीतियां तो उन्होंने जिमें 10 फ्री दित्तियां नाल, तो वो सारियां जां उहदी मतलब कि प्राइस घटाता, जिमें उन्होंने 100 चीज़ों का प्राइस 5 रुपए के हिसाब नाल सी, जो उन्हें 200 खरीदियां तो उन्होंने 4.5 जां 4 रुपए लगाते, तो उहदी जिहड़ी डिस्काउंट मिले वो ट्रेड डिस्काउंट है, मतलब व्यापारिक डिस्काउंट। नैक्सट आ गई थोड़ी अकाउंटिंग ओकेशन। अकाउंटिंग ओकेशन वो होंगी है जिमें जो अपनी एसैट्स ते
ਐਸਟ ਲਾਇਬਿਲਿਟੀ ਤੇ ਕੈਪੀਟਲ ਦੇ ਇਕੁਅਲ ਹੋ ਜਾਣ। ਐਸਟ ਆਪਣੀ ਪ੍ਰੋਪਰਟੀ ਹੈ, ਕੈਪੀਟਲ ਆਪਣਾ ਆਪਦਾ ਪੈਸਾ ਪੂੰਜੀ, ਤੇ ਲਾਇਬਿਲਿਟੀ ਜਿਹੜਾ ਮੈਂ ਲੋਕਾਂ ਤੋਂ ਉਧਾਰ ਲੈ ਕੇ ਪੈਸਾ ਲਾਉਂਗੀ। ਤਾਂ ਉਹ ਤੁਹਾਡੀ ਅਕਾਊਂਟਿੰਗ ਕੁਐਸਚਨ ਹੈ। ਨੈਕਸਟ ਹੈ ਵਾਊਚਰ। ਵਾਊਚਰ ਜਦੋਂ ਤੁਸੀਂ ਕੋਈ ਵੀ ਚੀਜ਼ ਖਰੀਦਦੇ ਹੋ ਕਿਤੋਂ ਵੀ, ਨੋਰਮਲ ਹੁਣ ਆਪਾਂ ਸ਼ਾਪ ਤੋਂ ਕੋਈ ਚੀਜ਼ ਖਰੀਦਦੇ ਹਾਂ ਤਾਂ ਤੁਹਾਨੂੰ ਇੱਕ ਸਲਿੱਪ ਕੱਟ ਕੇ ਦਿੱਤੀ ਜਾਂਦੀ ਆ ਜਿਹਦੇ 'ਤੇ ਤੁਹਾਡੀਆਂ ਡਿਟੇਲ ਲਿਖੀਆਂ ਹੁੰਦੀਆਂ ਵੀ ਇੰਨਾ ਸਮਾਨ ਹੈ, ਇੰਨੇ ਪੈਸੇ ਆ, ਇੰਨੇ ਪੈਸੇ। ਜੇ ਤੁਸੀਂ ਕੈਸ਼ ਪੇ ਕੀਤਾ ਤਾਂ ਉਹ ਕੈਸ਼ ਟ੍ਰਾਂਜੈਕਸ਼ਨ ਲਿਖੀ ਹੋਊਗੀ ਉੱਥੇ, ਜੇ ਤੁਸੀਂ ਕੈਸ਼ ਨਹੀਂ ਪੇ ਕੀਤਾ ਤਾਂ ਕ੍ਰੈਡਿਟ ਲਿਖੀ ਹੋਊਗੀ। ਜਿਹੜੀ ਵੀ ਤੁਹਾਨੂੰ ਸਲਿੱਪ ਮਿਲਦੀ ਆ ਉਹਨੂੰ ਵਾਊਚਰ ਬੋਲਦੇ ਆ। ਉਹਦੇ ਉੱਪਰ ਇੱਕ ਨੰਬਰ ਵੀ ਮੈਂਸ਼ਨ ਹੁੰਦਾ ਵਾਊਚਰ ਨੰਬਰ, ਜਿਵੇਂ ਆਪਾਂ ਜੇ ਆਧਾਰ 'ਤੇ ਟ੍ਰਾਂਜੈਕਸ਼ਨ ਕਰਦੇ ਹਾਂ ਤਾਂ ਉਹ ਆਪਦੀਆਂ ਬੁੱਕਸ ਦੇ ਵਿੱਚ ਉਹ ਚੀਜ਼ ਨੂੰ ਰਿਕਾਰਡ ਕਰ ਸਕਦੇ ਆ ਵੀ ਫਿਊਚਰ ਦੇ ਵਿੱਚ ਉਹਨਾਂ ਨੇ ਪੈਸੇ ਲੈਣੇ ਹੁੰਦੇ ਆ। ਤਾਂ ਵਾਊਚਰ ਇੱਕ ਤਰ੍ਹਾਂ ਦੀ ਸਲਿੱਪ ਹੀ ਹੈ, ਜਿਵੇਂ ਤੁਸੀਂ ਕਿਸੇ ਵੀ ਬਿਜ਼ਨਸ ਹਾਊਸ 'ਚ ਕੋਈ ਚੀਜ਼ ਖਰੀਦੋਗੇ ਉਹ ਤੁਹਾਨੂੰ ਪਰਚੀ ਕੱਟ ਕੇ ਦਿੰਦੇ ਆ ਨਾ ਇੱਕ ਸਲਿੱਪ, ਤਾਂ ਉਹ ਵਾਊਚਰ ਦੇ ਫਾਰਮ 'ਚ ਯੂਜ਼ ਕੀਤਾ ਜਾਂਦਾ। This is all about today's class. Thank you. Have a nice day.